कुछ टैक्नीकल इशू है। नपिंदर को ਅਸੀਂ वापस जावांगे। नपिंदर की आवाज साडे तक नहीं पहुंच रही। इस विचाले चलते हैं पंकज कपाही कोल। पंकज कपाही दे नाल कुछ किसान आगू मौजूद ने। पंकज, किसान इस समय की सोच रहे ने, की कह रहे ने? मास्टर मोहन लाल साडे नाल जुड़े सी कुछ ही पल पहला ते ਉਹ कह के गए ने, ਉਹ ਕਹਿੰਦੇ कि किसान ਅੱਜ ਦੀ ਮੀਟਿੰਗ 'ਚ ਇੱਕ ਮੰਗ ਰੱਖ ਦੇਣ कि 6 ਮਹੀਨੇ ਦੇ ਲਈ ਤੁਸੀਂ ਸਸਪੈਂਡ ਕਰੋ ਕਾਨੂੰਨ ਜਾਂ 1 ਸਾਲ ਦੇ ਲਈ ਸਸਪੈਂਡ ਕਰੋ ਕਾਨੂੰਨ। ਇਹ ਪ੍ਰਪੋਜ਼ਲ ਰੱਖ ਦੇਣ कि ਤੁਸੀਂ ਇਸ ਦੇ ਉੱਤੇ ਮੋਹਰ ਲਗਾਓ, ਫਿਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਕੀ ਕਰਨਾ ਹੈ। कि किसान इस पॉइंट ਤੇ सोच रहे ने? पंकज बिल्कुल इस वेले गौरव रुलदू सिंह होरी मेरे नाल ने, इन्हां नाल गलबात कर लैंदे आ। ये इस मीटिंग दे विच अपनी गल भी रखते हैं क्योंकि किसान जथेबंदियां दे 40 नुमाइंदे ने, लेकिन जो 5-6 नुमाइंदे सरकार दे नाल गलबात करते हैं उन्हां विच एक रुलदू सिंह ने। रुलदू जी, मास्टर मोहन लाल होरी कह रहे हैं कि अगर सरकार कह दे कि 6 महीने ਲਈ ਜਾਂ 1 ਸਾਲ ਦੇ ਲਈ ਕਾਨੂੰਨ ਸਸਪੈਂਡ ਕਰ ਦਿੱਤੇ ਜਾਂਦੇ ਨੇ ਤਾਂ ਇਸ ਗੱਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਰਾਜ਼ੀ ਹੋਣਗੀਆਂ। ਇਹਦੇ ਵਿੱਚ ਸਾਡੀ ਪਹਿਲਾਂ ਮੀਟਿੰਗ ਹੋਈ ਹੈ ਇਸ ਤੋਂ ਮਤਲਬ ਆਪਣਾ ਉਹਦੇ ਮੀਟਿੰਗ ਤੋਂ ਬਾਅਦ ਸਰਕਾਰ ਨਾਲ ਉਸੇ ਦਾ ਸਰਬਸੰਮਤੀ ਨਾਲ ਫੈਸਲਾ ਹੋਇਆ ਹੈ 32 ਜਥੇਬੰਦੀਆਂ 'ਚ ਵੀ ਤੇ 40 ਜਥੇਬੰਦੀਆਂ 'ਚ ਵੀ ਜਿਹੜੇ ਦੁਆਰੇ ਹੋਈ ਹੈ ਬੇਰੱਦੀ ਕਰਾਉਣੇ ਨੇਗੇ। ਤੇ ਹੁਣ ਉਦੋਂ ਬਾਅਦ ਮੀਟਿੰਗ ਕੋਈ ਹੋਈ ਨਹੀਂ ਗੀ, ਅਸੀਂ ਸਿੱਧੇ ਇੱਥੇ ਆ ਗਏ। ਸਸਪੈਂਡ ਕਰਨ ਨੂੰ ਸਰਕਾਰ ਕਹਿੰਦੀ ਹੈ, ਇਸ ਗੱਲ ਨੂੰ ਲੈ ਕੇ ਜਥੇਬੰਦੀਆਂ ਰਾਜ਼ੀ ਹੋਣਗੀਆਂ? ਨਹੀਂ, ਮੇਰਾ ਖਿਆਲ ਹੈ ਮੀਟਿੰਗ ਕਰਨਗੇ। ਉਹਦੀ ਸਵਾਲ ਹੀ ਪਹਿਲਾਂ ਹਾਂ ਕਰ ਕੋਈ ਬੰਦਾ ਇੱਥੇ ਕਰ ਨਹੀਂ ਸਕਦਾ, ਮਤਲਬ ਤਾਂ ਮੀਟਿੰਗ ਇਸ ਗੱਲ ਨੂੰ ਲੈ ਕੇ ਸੋਚਿਆ ਜਾ ਸਕਦਾ ਹੈ ਕਿ 1 ਸਾਲ ਦੇ ਲਈ ਸਸਪੈਂਡ ਕਰ ਦਿੱਤੇ ਜਾਣ, ਇੱਕ ਕਮੇਟੀ ਬਣ ਜੇ, ਕਮੇਟੀ ਉਸ ਤੋਂ ਬਾਅਦ ਉਸ ਦੇ ਵਿੱਚ ਜੋ ਚੀਜ਼ਾਂ ਕਰਨੀਆਂ ਕਰਦੇ। ਇਸ ਗੱਲ ਨੂੰ ਲੈ ਕੇ ਜਥੇਬੰਦੀਆਂ ਵਿਚਾਰ ਕਰ ਸਕਦੀਆਂ? ਨਹੀਂ, ਜਿਵੇਂ ਸਰਕਾਰ ਨੇ ਆਹ ਗੱਲ ਰੱਖੀ ਹੈ, ਅੱਬਲ ਤਾਂ ਮੇਰਾ ਖਿਆਲ ਹੈ ਕਹਿ ਕੇ ਜਾਣਗੇ ਜਿੱਥੋਂ ਤੱਕ ਮੈਨੂੰ ਹੈ ਵੀ ਬਿਲਕੁਲ ਨਹੀਂ, ਅਸੀਂ ਤਿੰਨੇ ਕਾਨੂੰਨਾਂ ਦੇ ਰੱਦ ਕਰਾਉਣੇ ਨੇ। ਕਿਉਂ ਸੋਚਣਾ, ਮੀਟਿੰਗ ਕਰਨੀ ਤਾਂ ਫੇਰ ਗੱਲ ਹੋ ਸਕਦੀ ਹੈ ਵੀ ਮਤਲਬ ਜੇ ਕੋਈ ਪਿੱਛੇ ਹਟਣਾ ਹੋਵੇ। ਇਹ ਤਾਂ ਹਜੇ ਗੱਲ ਹੈ ਨਹੀਂ ਜਥੇਬੰਦੀਆਂ ਦੀ। ਸਰਕਾਰ ਨਾਲ ਗੱਲਬਾਤ ਸਾਡੀ ਚੱਲੂਗੀ, ਸਰਕਾਰ ਇੱਥੇ ਖੜ ਜਾਂਦੀ ਆ ਨਾ ਹੀ ਗੱਲ ਤੁਰਦੀ। ਫਿਰ ਜਦੋਂ ਮੀਟਿੰਗ ਸਾਡੀ ਹੋਊ ਅਸੀਂ ਗੱਲ ਤਾਂ ਰੱਖਾਂਗੇ ਵੀ ਸਰਕਾਰ ਤਾਂ ਭਾਈ ਇੱਥੇ ਹੀ ਖੜੀ ਹੈਗੀ। ਤੇ ਹੁਣ ਦੇਖ ਲਓ ਉਸ ਮੀਟਿੰਗ 'ਚ ਫੇਰ ਹੀ ਹੋਣਾ ਵੀ ਤਿੰਨੇ ਕਾਨੂੰਨ ਰੱਦ। ਇਹ ਸਮਝ ਲਏ ਸਰਕਾਰ ਮੈਂ ਪਹਿਲਾਂ ਕਹਿ ਵਾਰਾਂ ਚੁੱਕਾ ਪਰਾਲੀ ਉਹ ਕਾਨੂੰਨ ਨਹੀਂ ਸਾਡਾ ਉਹਨਾਂ ਚਿਰ ਲੋਟ ਆਉਂਦਾ ਵੀ ਪਰਾਲੀ ਨੂੰ ਅੱਗ ਲਾ ਲਓ, ਬਿਜਲੀ ਵਾਲਾ ਨਹੀਂ ਆਉਂਦਾ ਵੀ ਸਭ ਚੀਜ਼ ਦੇ ਦਾਂਗੇ। ਸਰਕਾਰ ਕਾਨੂੰਨ ਵੀ ਬਣਾ ਦੇ ਵੀ ਸਾਰੀਆਂ ਫਸਲਾਂ ਖਰੀਦਾਂਗੇ ਜਿੰਨਾ ਚਿਕਰ ਤਿੰਨੇ ਚਾਰੇ ਇਹ ਉਹ ਰੱਦ ਨਹੀਂ ਹੁੰਦੇ ਉਹਨਾਂ ਇੱਕ ਮਸਲਾ ਨਹੀਂ। ਮਸਲਾ ਸਾਰਾ ਰਹਿ ਗਿਆ ਜ਼ਮੀਨ ਰਿਕਵਾਇਰ ਕਰਨ ਦਾ। ਉਹ ਸਾਰੇ ਅਧਿਕਾਰ ਰਹਿ ਗਏ ਸਰਕਾਰ ਨੂੰ, ਸੈਂਟਰ ਸਰਕਾਰ ਨੂੰ ਜੋ ਮਰਜ਼ੀ ਵਪਾਰ ਹੜੱਪਣਾ, ਕੁਛ ਹੜੱਪਣਾ, ਸਾਰਾ ਕੁਝ ਦਾ ਕੋਈ ਅਧਿਕਾਰ ਰਹਿ ਗਿਆ ਸਰਕਾਰ ਕੋਲੇ। ਅੱਜ 2 ਮੁੱਦਿਆਂ ਤੇ ਚਰਚਾ ਹੋਣੀ, ਇੱਕ MSP, ਇੱਕ ਤਿੰਨੇ ਕਾਨੂੰਨ ਨੂੰ ਲੈ ਕੇ। MSP ਨੂੰ ਲੈ ਕੇ ਅਗਰ ਸਰਕਾਰ ਪਹਿਲਾਂ ਕਹਿੰਦੀ ਕਿ ਗੱਲ ਕਰ ਲਓ ਤਾਂ ਜਥੇਬੰਦੀਆਂ MSP ਨੂੰ ਲੈ ਕੇ ਚਰਚਾ ਕਰਨਗੀਆਂ ਜਾਂ ਨਹੀਂ? ਮੇਰਾ ਖਿਆਲ ਪ੍ਰੈਸ ਨੂੰ ਸਾਡੀ ਗੱਲ ਸਮਝ ਲੈਣੀ ਚਾਹੀਦੀ ਹੈ। ਮੈਂ ਕਹਿੰਦਾ ਤਿੰਨੇ ਕਾਨੂੰਨ ਬਣਾ ਵੀ ਦੇਵੇ ਸਰਕਾਰ ਵੀ ਤੁਹਾਡੀ ਲਾਜ਼ਮੀ ਫਸਲ ਖਰੀਦਾਂਗੇ। ਜੇ ਜ਼ਮੀਨ ਹੀ ਨਾ ਰਹੀ ਅਸੀਂ ਕਾਨੂੰਨ ਤੋਂ ਲੈਣਾ ਕੀ ਹੈ? ਅਸੀਂ ਇੱਕ ਪ੍ਰਪੋਜ਼ਲ ਇਹ ਵੀ ਆ ਰਿਹਾ ਹੈ ਕਿ ਸੂਬਾ ਸਰਕਾਰਾਂ ਦੇ ਉੱਤੇ ਛੱਡ ਦਿੱਤਾ ਜਾਵੇ, ਸੂਬਾ ਸਰਕਾਰਾਂ ਤੈਅ ਕਰਨ। ਅੱਜ ਦੀ ਮੀਟਿੰਗ 'ਚ ਇਹ ਪੁਆਇੰਟ ਰੱਖਿਆ ਜਾਣਾ ਕਿ ਸੂਬਾ ਸਰਕਾਰਾਂ ਦੇ ਉੱਤੇ ਛੱਡ ਦਿੱਤਾ ਜਾਵੇ ਕਾਨੂੰਨ ਲਾਗੂ ਕਰਨੇ ਨੇ ਜਾਂ ਨਹੀਂ ਕਰਨੇ। ਪੰਜਾਬ ਦੇ ਵਿੱਚ ਰੱਦ ਹੋ ਗਏ, ਰਾਜਸਥਾਨ ਦੇ ਵਿੱਚ ਰੱਦ ਹੋ ਗਏ, ਦਿੱਲੀ ਦੇ ਵਿੱਚ ਰੱਦ ਹੋ ਗਏ। ਹਾਲਾਂਕਿ ਗਵਰਨਰ ਕੋਲ ਪਹੁੰਚੇ ਹੋਏ ਨੇ ਲੇਕਿਨ ਸੈਸ਼ਨ ਸੱਦ ਕੇ ਉਹਨਾਂ ਨੇ ਕੈਂਸਲ ਕਰ ਦਿੱਤੇ ਨੇ। ਇਸ ਗੱਲ ਨੂੰ ਲੈ ਕੇ ਰਾਜ਼ੀ ਹੋਣਗੀਆਂ ਜਥੇਬੰਦੀਆਂ? ਨਹੀਂ, ਫਿਰ ਉਹ ਸਰਕਾਰ ਇਹ ਕਹਿੰਦੀ ਆ ਵੀ ਸੂਬਾ ਸਟੇਟ ਅਧਿਕਾਰਾਂ ਨੂੰ ਦਿੱਤਾ ਜੀ ਅਧਿਕਾਰ ਵੀ ਜੋ ਮਰਜ਼ੀ ਕਰਨ। ਫਿਰ ਇਹਨੇ ਤਿੰਨੇ ਖੋਖਿਆਂ ਤੋਂ ਹੀ ਕਰਾਉਣਾ ਇਹਨਾਂ ਨੇ, ਉਹ ਰੱਦ ਕਰ ਦੇਣ ਨੂੰ। ਉਹ ਪੁਰਾਣਾ ਚੱਲੀ ਜਾਂਦਾ ਸਾਡਾ, ਇਹਨਾਂ ਨੂੰ ਰੱਖਣ 'ਚ ਕੀ ਫਾਇਦਾ? ਉਹ ਮੈਨੂੰ ਦੱਸ ਦਿਓ। ਇਹ ਦਾਲ 'ਚ ਕਾਲਾ, ਅਸੀਂ ਸਾਰੀ ਗੱਲ ਸਮਝਣ ਲੀਡਰ। ਸੂਬਾ ਸਰਕਾਰਾਂ ਨੂੰ ਪ੍ਰਪੋਜ਼ਲ ਦੇਣ ਵਾਲਾ ਤੁਹਾਨੂੰ ਕਾਲਾ ਲੱਗ ਰਿਹਾ ਹੈ, ਦਾਲ 'ਚ ਕਾਲਾ ਲੱਗ ਰਿਹਾ। ਤਿੰਨੇ ਕਾਨੂੰਨ ਜੇ ਰੱਖਣਗੇ ਦਾਲ 'ਚ ਕਾਲਾ ਹੈ ਬਿਲਕੁਲ। ਤੇ ਦੇ ਦੇਣ, ਅਸੀਂ ਕਹਿੰਦੇ ਸਰਕਾਰ ਦਾ ਧੰਨਵਾਦ ਕਰਾਂਗੇ, ਸਾਡੀਆਂ ਸਰਕਾਰਾਂ ਨੂੰ ਅਧਿਕਾਰ ਦੇਣਗੀਆਂ, ਪਰ ਤਿੰਨੇ ਕਾਨੂੰਨ ਨਾਲ ਰੱਦ ਕਰ ਦੇਣ। ਤੇ ਫਿਰ ਅੱਜ ਦੀ ਮੀਟਿੰਗ ਤੋਂ ਕਿੰਨੀਆਂ ਤੁਹਾਨੂੰ ਉਮੀਦਾਂ ਲੱਗ ਰਹੀਆਂ? ਲੱਗ ਰਿਹਾ ਮਸਲੇ ਦਾ ਹੱਲ ਹੋਏਗਾ ਜਾਂ ਨਹੀਂ? ਅੱਜ ਜਿਵੇਂ ਸਰਕਾਰ ਦਲੱਤੇ ਮਾਰੀ ਜਾਂਦੀ, ਮੈਨੂੰ ਤਾਂ ਲੱਗਦਾ ਨਹੀਂ ਕਿਸੇ 'ਚ ਡੱਕਾ ਨਿਕਲੂਗਾ। ਤੁਹਾਨੂੰ ਲੱਗ ਰਿਹਾ ਕੋਈ ਫਾਇਦਾ ਨਹੀਂ ਹੋਣਾ ਅੱਜ ਦੀ? ਕੁਛ ਨਹੀਂ ਨਿਕਲਣਾ ਅੱਜ, ਮੈਨੂੰ ਲੱਗਦਾ ਕੁਛ ਨਿਕਲ ਦੇਣਾ। ਤੁਸੀਂ ਕਹਿ ਰਹੇ ਹੋ ਕੋਈ ਫਾਇਦਾ ਨਹੀਂ ਹੋਣਾ। ਬੀਜੇਪੀ ਦੇ ਆਗੂ ਕਹਿ ਰਹੇ ਕਿ ਕਿਸਾਨ ਆਗੂ ਲਟਕਾਉਣਾ ਚਾਹੁੰਦੇ ਆ, ਕਿਸਾਨ ਆਗੂ ਚੋਣਾਂ ਲੜਨੀਆਂ ਚਾਹੁੰਦੇ ਨੇ। ਕਿਸਾਨ ਆਗੂ ਜਿਵੇਂ ਅੰਨਾ ਹਜ਼ਾਰੇ ਦਾ ਅੰਦੋਲਨ ਹੋਇਆ ਸੀ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਬਣੀ, ਇਸੇ ਤਰੀਕੇ ਨਾਲ ਪੰਜਾਬ 'ਚ ਵੀ ਇੱਕ ਨਵੀਂ ਪਾਰਟੀ ਕਿਸਾਨ ਆਗੂ ਬਣਾਉਣਾ ਚਾਹ ਰਹੇ। ਇਹਨਾਂ ਦੇ ਆਗੂ, ਇਹਨਾਂ ਦੇ ਵਰਕਰ, ਇਹਨਾਂ ਦੇ ਸਾਰੇ ਲੀਡਰ ਇਹ ਤਾਂ ਪਏ ਨੇ ਨਿੱਘੇ ਕਮਰਿਆਂ 'ਚ। ਪਤਾ ਤਾਂ ਸਾਨੂੰ ਆ ਜਿਹੜੇ ਅਸੀਂ ਟਰਾਲੀਆਂ 'ਚ ਪਿਆਂਗੇ, ਮਤਲਬ ਜਿਹੜੇ ਬਾਹਰ ਪੈਂਦੇ ਉਹਨਾਂ ਨੂੰ ਪਤਾ ਹੈ। ਬੀਜੇਪੀ ਦੇ ਆਗੂ ਤਾਂ ਅੱਜ ਇਹ ਵੀ ਕਹਿ ਰਹੇ ਸੀਗੇ ਕਿ 10-10 ਹਜ਼ਾਰ ਦੇ ਕਮਰੇ 'ਚ ਕਿਸਾਨ ਆਗੂ ਸੋ ਰਹੇ ਨੇ। ਉਹਨਾਂ ਦਾ ਸਾਰੇ ਰਿਕਾਰਡ ਉਹਨਾਂ ਦੇ ਕੋਲ ਹੈਗੇ ਨੇ। ਕਿਸਾਨ ਆਗੂ ਆਪ ਹੋਟਲਾਂ 'ਚ ਸੌਂਦੇ ਨੇ। ਪੰਕਜ ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਪੰਕਜ ਤੁਹਾਡੇ ਕੋਲ ਵਾਪਸ ਆਉਣਾ। ਸਿੱਧਾ ਰੁਕ ਕਰਾਂਗੇ ਨਪਿੰਦਰ ਬਰਾੜ ਦਾ। ਵਿਗਿਆਨ ਭਵਨ ਪਹੁੰਚ ਚੁੱਕੀ ਹੈ ਕਿਸਾਨਾਂ ਦੀ ਬੱਸ। ਸਿੱਧਾ ਰੁਕ ਕਰਦੇ ਆ ਨਪਿੰਦਰ ਦਾ। ਨਪਿੰਦਰ ਓਵਰ ਟੂ ਯੂ। बिल्कुल गौरव, विज्ञान भवन बसा पहुंच चुकिया ने, किसान आगू बसा दे विच उतर रहे हैं। तुहानू लाइव तस्वीरां दिखा रहे हैं कि दोने बसा पहुंच चुकिया ने, बसा आउंदियां ने और तुसीं देख रहे हो कि एक तो बाद एक किसान आगू जिहड़े ने वो बसां दे विचों बाहर निकल रहे हैं। किसान आगूआं दे नाल गलबात भी करदे आ।
ਪਹੁੰਚ ਗਏ ਹੋ ਜੀ, ਕਿਸ ਤਰ੍ਹਾਂ ਦਾ ਲੱਗਦਾ ਹੈ ਅੰਦਰ ਜਾਣ ਤੋਂ ਪਹਿਲਾਂ ਜ਼ਿਹਨ 'ਚ ਕੀ ਕੁਝ ਚੱਲ ਰਿਹਾ? ਜੈਨ ਚ ਇਹੋ ਹੀ ਚੱਲਦਾ ਪਿਆ ਵੀ ਅੱਜ ਸਰਕਾਰ ਹੋ ਸਕਦਾ ਸਾਡੀਆਂ ਕਿਸੇ ਆਸਾਂ ਤੇ ਪੂਰੀ ਉਤਰੇਗੀ ਤੇ ਸਾਨੂੰ ਲੱਗਦਾ ਹੈ ਵੀ ਦੇਸ਼ ਦਾ ਪ੍ਰਧਾਨ ਮੰਤਰੀ ਅਸੀਂ ਫਿਰ ਅਪੀਲ ਕਰਦੇ ਆ ਵੀ ਅੱਜ ਦੀ ਮੀਟਿੰਗ ਦੇ ਵਿੱਚ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਨੇ। ਜਿਸ ਤਰ੍ਹਾਂ ਲਗਾਤਾਰ ਬੀਜੇਪੀ ਦੇ ਲੀਡਰਾਂ ਦੇ ਜਿਹੜੇ ਬਿਆਨ ਸਾਹਮਣੇ ਆ ਰਹੇ ਨੇ, ਬੀਜੇਪੀ ਲੀਡਰ ਕਹਿੰਦੇ ਨੇ ਕਿ ਆਪਣਾ ਪ੍ਰਪੋਜ਼ਲ ਤੁਸੀਂ ਦੇ ਦਿਓ, ਉਸ ਤੋਂ ਬਾਅਦ ਅਸੀਂ ਗੱਲ ਕਰ ਲਾਂਗੇ। ਅਸੀਂ ਤਾਂ ਪ੍ਰਪੋਜ਼ਲ ਦੇ ਚੁੱਕੇ ਜੀ, ਆਪਦਾ ਬਿਲਕੁਲ ਪ੍ਰਪੋਜ਼ਲ ਦੇ ਦਿੱਤਾ ਹੈਗਾ। ਅਸੀਂ ਉਸ ਪ੍ਰਪੋਜ਼ਲ ਆਪਣੇ ਤੋਂ ਬਿਲਕੁਲ ਮੁਨਕਰ ਨਹੀਂ ਹੈਗੇ। ਅਸੀਂ ਕਹਿਤਾ ਸੀਗਾ ਵੀ ਤੁਹਾਡੇ ਕਾਨੂੰਨਾਂ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹੈਗੀਆਂ ਨੇ, ਉਹ ਕਮੀਆਂ ਅਸੀਂ ਪ੍ਰਪੋਜ਼ਲ ਬਣਾ ਕੇ ਦੇ ਦਿੱਤੀਆਂ ਸੀ। ਹੁਣ ਸਰਕਾਰ ਨੂੰ ਜਿੱਦ ਨਹੀਂ ਕਰਨੀ ਚਾਹੀਦੀ, ਕਾਨੂੰਨ ਰੱਦ ਕਰ ਦੇਣੇ ਚਾਹੀਦੇ। ਇੱਕ ਪਾਸੇ ਮਾਸਟਰ ਮੋਹਨ ਲਾਲ ਇਹ ਵੀ ਕਹਿੰਦੇ ਨੇ ਜੀ ਕਿ 12 ਕਹਿੰਦੇ ਅਮੈਂਡਮੈਂਟ ਕਰਨ ਲਈ ਸਰਕਾਰ ਤਿਆਰ ਆ। ਉਹ ਕਹਿੰਦੇ ਕਾਨੂੰਨ 'ਚ ਰਹਿ ਕੀ ਜਾਂਦਾ, ਤੇ ਫਿਰ ਕਹਿੰਦੇ ਕਿਸਾਨ ਪਰ ਉਹ ਕਹਿੰਦੇ ਕਿ ਕਿਸਾਨ ਕਹਿੰਦੇ ਅਸੀਂ ਇਹਨੂੰ ਰੱਦ ਕਰਾਉਣਾ ਹੀ ਕਰਾਉਣਾ। ਦੇਖੋ ਜੀ, ਇਹ ਕਾਨੂੰਨ ਰੱਦ ਕਰਵਾਉਣਾ ਹੀ ਸਾਡਾ ਮੇਨ ਫੋਕਸ ਹੈਗਾ। ਇਹਨਾਂ ਕਰਾਏ ਬਿਨਾ ਸਾਡਾ ਹੱਲ ਹੀ ਹੈ ਨਹੀਂ ਕੋਈ ਵੀ। ਜਿਹੜੀ ਸੋਧਾਂ ਦੀ ਗੱਲ ਕਰਦੇ ਨੇ, ਜੇ ਸੋਧਾਂ ਵਾਲੇ ਪਾਸੇ ਤਜਿੰਦਰ ਜੀ ਆ ਸਕਦੇ ਨੇ ਤੇ ਫਿਰ ਰੱਦ ਵਾਲੇ ਪਾਸੇ ਕਿਉਂ ਨਹੀਂ ਆਉਂਦੇ? ਫਿਰ ਕਿਹੜੀ ਕਲਗੀ ਰਹਿੰਦੀ ਆ? ਰੱਦ ਕਰਕੇ ਪਰੇ ਮਾਰਨ। ਪਰ ਕੀ ਲੱਗਦਾ ਫਿਰ ਕਿਉਂ ਸਰਕਾਰ ਪਿੱਛੇ ਹਟਣ ਤੋਂ? ਕਿਉਂਕਿ ਕੱਲ ਇੱਕ ਜਿਹੜੇ ਕੇਂਦਰੀ ਰਾਜ ਮੰਤਰੀ ਉਹਨਾਂ ਦਾ ਇਹ ਵੀ ਬਿਆਨ ਆਇਆ ਸੀ ਕਿ ਜੇ ਅੱਜ ਤੁਹਾਡੀ ਮੰਨ ਲਈ, ਕੱਲ ਨੂੰ ਹੋਰ ਖੜੇ ਹੋ ਜਾਣਗੇ, ਵੀ ਸਰਕਾਰ ਕਿਤੇ ਇਹ ਵੀ ਸੋਚ ਰਹੀ ਹੈ। ਇਹ ਤਾਂ ਵੇਖੋ ਸਰਕਾਰਾਂ ਨੇ ਸੋਚਣਾ ਹੈ। ਜੇ ਪ੍ਰਜਾ ਨੂੰ ਸਹੀ ਸੇਧ ਦੇਣਗੇ, ਜੇ ਪ੍ਰਜਾ ਨਾਲ ਸਹੀ ਚੱਲਣਗੇ, ਤੇ ਕੋਈ ਇਦਾਂ ਦਾ ਕੋਈ ਇਨਸਾਨ ਇਦਾਂ ਦਾ ਨਹੀਂ ਹੈਗਾ ਵੀ ਆਪਣੇ ਘਰ-ਬਾਰ ਛੱਡ ਕੇ ਤੇ ਇਹਨਾਂ ਸੜਕਾਂ ਤੇ ਬਵੇ। ਜੇ ਸਾਡੇ ਬੱਚੇ ਦਾ ਭਵਿੱਖ ਖਰਾਬ ਹੋ ਰਿਹਾ, ਤਬਾਹ ਹੋ ਰਿਹਾ, ਤਾਂ ਕਰਕੇ ਅਸੀਂ ਇਹਨਾਂ ਸੜਕਾਂ ਤੇ ਬੈਠੇ ਆ। ਇਹ ਕਾਨੂੰਨ ਰੱਦ ਕਰਵਾਏ ਤੋਂ ਬਿਨਾ ਅਸੀਂ ਵਾਪਸ ਨਹੀਂ ਪਰਤਾਂਗੇ। ਅੱਜ ਫਿਰ ਅੰਦਰ ਕਿਸ ਤਰ੍ਹਾਂ ਦਾ? ਪਿਛਲੀ ਵਾਰੀ ਦੇਖੋ ਬਲਵੀਰ ਸਿੰਘ ਰਾਜੇਵਾਲ ਥੋੜੇ ਗਰਮ ਵੀ ਹੋ ਗਏ ਸੀ, ਤਾਂ ਅੱਜ ਕਿਸ ਤਰ੍ਹਾਂ ਦਾ ਮਾਹੌਲ ਰਹਿ ਸਕਦਾ ਅੰਦਰ? ਕਿਉਂਕਿ ਬਾਹਰ ਅੱਜ ਟੈਂਪਰੇਚਰ ਠੀਕ ਠਾਕ ਹੈ, ਅੰਦਰ ਦਾ ਟੈਂਪਰੇਚਰ ਕਿੱਦਾਂ ਦਾ ਰਹਿ ਸਕਦਾ? ਜੇ ਅੰਦਰ ਵੀ ਟੈਂਪਰੇਚਰ ਸਹੀ ਰਹੂਗਾ ਤੇ ਅਸੀਂ ਬਿਲਕੁਲ ਸ਼ਾਂਤਮਈ ਗੱਲ ਕਰਾਂਗੇ। ਪਹਿਲਾਂ ਵੀ ਸ਼ਾਂਤਮਈ ਕੀਤੀਆਂ, ਜਿੰਨੀਆਂ ਮੀਟਿੰਗਾਂ ਕੀਤੀਆਂ ਨੇ, ਅੱਜ ਵੀ ਸ਼ਾਂਤਮਈ ਕਰਨ ਵਾਸਤੇ ਅਸੀਂ ਆਏ ਆ। ਜੇ ਸਰਕਾਰ ਕੋਈ ਤਲਖੀ ਦਿਖਾਏਗੀ ਫਿਰ ਅਸੀਂ ਵੀ ਦਿਖਾਵਾਂਗੇ। ਤਾਂ ਜ਼ਾਹਿਰ ਤੌਰ ਤੇ ਸਰਕਾਰ ਨੂੰ ਇੱਥੋਂ ਵੀ ਇਹਨਾਂ ਨੇ ਉਹੀ ਚੇਤਾਵਨੀ ਦੇ ਰਹੇ ਨੇ ਕਿ ਜੇਕਰ ਸਰਕਾਰ ਤਲਖੀ ਦਿਖਾਉਂਦੀ ਹੈ ਤਾਂ ਇਹ ਵੀ ਤਲਖ ਹੋ ਸਕਦੇ ਨੇ ਕਿਸਾਨ ਆਗੂ। ਔਰ ਤੁਹਾਨੂੰ ਇੱਕ ਵਾਰੀ ਵਿਗਿਆਨ ਭਵਨ ਦੇ ਬਾਹਰ ਦੀਆਂ ਤਸਵੀਰਾਂ ਦਿਖਾ ਦਈਏ ਕਿ ਕਿਸ ਤਰ੍ਹਾਂ ਦਾ ਇੱਥੇ ਦੇਖੋ, ਇਹ ਵਿਗਿਆਨ ਭਵਨ ਦੀਆਂ ਤਸਵੀਰਾਂ ਨੇ ਦਿੱਲੀ ਦੀਆਂ, ਔਰ ਸਾਹਮਣੇ ਤੁਸੀਂ ਸਾਫ਼ ਦੇਖ ਰਹੇ ਹੋ ਕਿ ਸੁਰੱਖਿਆ ਪ੍ਰਬੰਧ ਕਿਸ ਤਰ੍ਹਾਂ ਕੀਤੇ ਹੋਏ ਨੇ। ਬਾਹਰ ਮੀਡੀਆ ਦਾ ਜਮਾਵੜਾ ਔਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਜਾਂ ਜਵਾਨ ਨੇ ਉਹ ਤਾਇਨਾਤ ਕੀਤੇ ਗਏ ਨੇ। ਔਰ ਸਾਹਮਣੇ ਤਸਵੀਰ ਹੈ ਜਿਹੜੀ ਇਹ ਬਿਲਡਿੰਗ ਤੁਹਾਨੂੰ ਦਿਖ ਰਹੀ ਹੈ, ਇਹ ਉਹੀ ਵਿਗਿਆਨ ਭਵਨ ਹੈ ਜਿਸ ਦੇ ਅੰਦਰ ਮੀਟਿੰਗ ਹੋਣੀ ਹੈ, ਜਿਸ ਦੇ ਅੰਦਰ 2 ਵਜੇ ਮੀਟਿੰਗ ਹੋਵੇਗੀ ਕਿਸਾਨ ਆਗੂਆਂ ਦੀ ਕੇਂਦਰ ਸਰਕਾਰ ਦੇ ਨਾਲ। ਔਰ ਇਸ ਮੀਟਿੰਗ ਦੇ ਵਿੱਚ ਸਥਿਤੀ ਜਿਹੜੀ ਆ ਉਹ ਸਾਫ਼ ਹੋਏਗੀ ਔਰ ਅੱਜ ਪਤਾ ਲੱਗੇਗਾ ਕਿ ਅੰਦਰ ਅੱਜ ਕੀ ਨਿਬੜਦਾ, ਅੰਦਰ ਅੱਜ ਕੀ ਗੱਲਬਾਤ ਹੁੰਦੀਆਂ ਨੇ। ਪਿਛਲੀ ਵਾਰ ਤੁਸੀਂ ਦੇਖਿਆ ਸੀ ਕਿ ਬਲਵੀਰ ਸਿੰਘ ਰਾਜੇਵਾਲ ਹਾਈਪਰ ਹੋਏ ਸੀ, ਤਾਂ ਅੱਜ ਅੰਦਰ ਦਾ ਟੈਂਪਰੇਚਰ ਕਿਸ ਤਰ੍ਹਾਂ ਰਹਿ ਸਕਦਾ? ਬੂਟਾ ਸਿੰਘ ਜੀ, ਕਿਸ ਤਰ੍ਹਾਂ ਦੇਖਦੇ ਹੋ? ਪਿਛਲੀ ਵਾਰ ਬਲਵੀਰ ਸਿੰਘ ਰਾਜੇਵਾਲ ਗਰਮ ਹੋ ਗਏ ਸੀਗੇ, ਹਾਲਾਂਕਿ ਬਾਹਰ ਬਹੁਤ ਠੰਡ ਸੀ ਪਰ ਅੰਦਰ ਤਲਖ ਹੋ ਗਿਆ ਸੀ ਮਾਹੌਲ। ਅੱਜ ਕੀ ਕੁਝ ਜ਼ਿਹਨ ਦੇ ਵਿੱਚ ਆ? ਕਿਸ ਤਰ੍ਹਾਂ ਦੇ ਮਨ ਦੇ ਵਿੱਚ ਸੋਚ ਕੇ ਅੰਦਰ ਜਾ ਰਹੇ ਹੋ? ਬਰਾੜ ਸਾਹਿਬ, ਜਦੋਂ ਇੱਕੋ ਗੱਲ ਨੂੰ ਵਾਰ-ਵਾਰ ਉਹ ਕਮਾਉਣ, ਵੈਸੇ ਕੁਦਰਤੀ ਤੌਰ ਤੇ ਤਲਖ ਕਲਾਮੀ ਹੁੰਦੀ ਆ। ਅਸੀਂ ਤਾਂ ਇੱਕੋ ਗੱਲ ਕਹਿਣਾ ਚਾਹੁੰਦੇ ਸਰਕਾਰ ਨੂੰ ਵੀ ਜਿੱਥੇ ਉਦੋਂ ਗੱਲ ਛੱਡੀ ਸੀ ਵੀ ਕਾਨੂੰਨ ਰੱਦ ਕਰੋ, ਉੱਥੋਂ ਗੱਲ ਉਹਨਾਂ ਨੂੰ ਤੋੜਨੀ ਚਾਹੀਦੀ। ਉਹ ਕਹਿਣ ਵੀ ਇਹੀ ਕਾਨੂੰਨ ਰੱਦ ਕਰ ਦਿੰਦੇ ਆ। ਜੀ ਦੱਸੋ ਵੀ ਅਸੀਂ ਇਹ ਤੋਂ ਪਿਛਾਂ ਜੇ ਪੁੱਛਣਾ ਚਾਹੁੰਦੇ ਨੇ ਇੱਕ ਵਾਰ ਪੁੱਛ ਲੈਣ ਵੀ ਕਰ ਸਕਦੇ ਹੋ। ਸਾਡਾ ਇੱਕੋ ਜਵਾਬ ਹੈ ਕਿ ਨਹੀਂ, ਕਾਨੂੰਨ ਰੱਦ ਕਰਨ ਤੋਂ ਬਗੈਰ ਕੋਈ ਗੱਲਬਾਤ ਨਹੀਂ। ਤੇ ਸਰਕਾਰ ਨੂੰ ਕਾਨੂੰਨ ਰੱਦ ਕਰ ਦੇਣੇ ਚਾਹੀਦੇ, ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਫੈਸਲਾ ਕਰ ਦੇਣਾ ਚਾਹੀਦਾ। ਅੱਜ ਲੋਕਾਂ ਦਾ ਸਬਰ ਨਹੀਂ ਪਰਖਣਾ ਚਾਹੀਦਾ ਸਰਕਾਰ ਨੂੰ। ਅੱਜ 43-44 ਦਿਨ ਹੋ ਗਏ ਨੇ ਸੜਕਾਂ ਦੇ ਉੱਤੇ ਬੈਠਿਆਂ ਨੂੰ। ਠੰਡ ਵੀ ਆਈ, ਬਾਰਿਸ਼ ਵੀ ਹੋਈ, ਹਨੇਰੀਆਂ ਵੀ ਆਈਆਂ, ਪਰ ਇਹ ਸਾਰਾ ਜਿਹੜੇ ਅੰਦੋਲਨਕਾਰੀ ਆਪਣੇ ਪਿੰਡੇ ਦੇ ਝੱਲਦੇ ਪਏ ਨੇ। ਕੇਂਦਰ ਸਰਕਾਰ ਨੂੰ ਹੁਣ ਸਬਰ ਨਹੀਂ ਪਰਖਣਾ ਚਾਹੀਦਾ, ਉਹਨਾਂ ਨੂੰ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਨੇ। ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਕਰਨਾ ਚਾਹੀਦਾ ਵੀ ਠੀਕ ਹੈ, ਤੁਹਾਡੇ ਵਾਸਤੇ ਬਣਾਏ ਕਾਨੂੰਨ ਤੁਹਾਡੇ ਫਿੱਟ ਨਹੀਂ ਪੈਂਦੇ, ਅਸੀਂ ਰੱਦ ਕਰ ਦਿੰਦੇ। ਬੀਜੇਪੀ ਲੀਡਰ ਇੱਕ ਤੋਂ ਬਾਅਦ ਇੱਕ ਇਹੀ ਗੱਲ ਕਰਦੇ ਨੇ, ਕਹਿੰਦੇ ਕਿ ਕਾਨੂੰਨ ਰੱਦ ਕਰਨ ਲਈ ਗੱਲ ਨਾ ਕਰੋ, ਕਹਿੰਦੇ ਹੋਰ ਜਿਹੜੀ ਮਰਜ਼ੀ ਕਰ ਲਓ, ਬਦਲਾਅ ਜਿੰਨੇ ਮਰਜ਼ੀ ਕਰਾ ਲਓ। ਕਹਿੰਦੇ ਉਹ ਯਾਰ ਉਹ ਪਤਾ ਨਹੀਂ, ਮੈਨੂੰ ਗੱਲ ਨਹੀਂ ਲੱਗਦੀ ਵੀ ਕਿਹੜੀ ਗੱਲ ਦੀ ਜੇਦ ਹੈ। ਜਦੋਂ ਤੁਸੀਂ ਇਹਦੇ ਵਿੱਚ ਕੱਖ ਵੀ ਨਹੀਂ ਰਹਿ ਗਿਆ ਤੇ ਫਿਰ ਉਹਨਾਂ ਨੂੰ ਰੱਦ ਕਰ ਦਿਓ, ਪਿੱਛੇ ਕੀ ਰਹਿ ਜਾਂਦਾ? ਜਦੋਂ ਕਾਨੂੰਨ ਖਤਮ ਹੋ ਗਿਆ ਸਾਰਾ, ਉਹ ਕਹਿੰਦੇ ਨੇ ਵੀ ਬਾਰ-ਬਾਰ ਐਂ ਕਰਕੇ ਸਾਰਾ ਖਾਲੀ ਕਰਤਾ, ਖੁਰਚ ਕੇ ਕੱਢ ਦਿਓ ਵਿੱਚੋਂ ਡੱਬੇ ਤੋਂ ਸਾਰਾ ਕੁਝ, ਵੀ ਮਗਰ ਨਹੀਂ ਰੱਖਦੇ। ਪਰ ਅਸੀਂ ਆਨੇ ਉਹਨਾਂ ਨੂੰ ਸੁੱਟ ਦਿਓ ਡੱਬੇ, ਜਾਨ ਮਸਾਲਾ ਕਿਤੇ ਕੱਲ ਨੂੰ ਫੇਰ ਨਾ ਪੰਗਾ ਪਾ ਦੇਵੇ। ਇਸ ਕਰਕੇ ਕਾਨੂੰਨ ਰੱਦ ਕਰ ਦੇਣ, ਫੇਰ ਲੈਣ ਨਾਲ ਸਾਰੇ ਵਰਗਾਂ ਨੂੰ, ਹਰ ਧਰਮ ਨੂੰ ਨਾਲ ਲੈਣ, ਹਰ ਧਰਮ ਨੂੰ ਨਾਲ ਲੈ ਕੇ ਕਾਨੂੰਨ ਬਣਾਉਣ ਜਿਹੜੇ ਲੋਕਾਂ ਦਾ ਫਾਇਦਾ ਕਰਨ, ਹਰ ਵਰਗ ਦਾ ਭਲਾ ਕਰਨ, ਹਰ ਵਰਗ ਦਾ ਫਾਇਦਾ ਕਰਦੇ ਹੋਣ। ਦੇਸ਼ ਨੂੰ ਵੀ ਅੱਗੇ ਲੈ ਕੇ ਜਾਣਾ, ਅਸੀਂ ਦੇਸ਼ ਦੀ ਵੀ ਤਰੱਕੀ ਦੇ ਵਿੱਚ ਆ ਵੀ ਦੇਸ਼ ਵੀ ਤਰੱਕੀ ਕਰੇ, ਲੋਕ ਵੀ ਤਰੱਕੀ ਕਰਨ, ਹਰ ਵਰਗ ਤਰੱਕੀ ਕਰੇ ਤੇ ਦੇਸ਼ ਅੱਗੇ ਵਧੇ, ਉਹਦੇ ਹੱਕ ਚ। ਤਾਂ ਸਰਕਾਰ ਨੂੰ ਕਿਸਾਨ ਵਾਰੀ-ਵਾਰੀ ਉਹੀ ਬੇਨਤੀ ਕਰਦੇ ਨੇ ਕਿ ਕਿਉਂ ਇਸ ਚ, ਜੇ ਤੁਹਾਨੂੰ ਲੱਗਦਾ ਹੈ ਜਿਸ ਤਰ੍ਹਾਂ ਬੂਟਾ ਸਿੰਘ ਜੀ ਕਹਿ ਰਹੇ ਸੀ ਕਿ ਜਦੋਂ ਸਰਕਾਰ ਇਹ ਕਹਿ ਰਹੀ ਹੈ ਕਿ ਵਿੱਚੋਂ ਜਿੰਨੇ ਮਰਜ਼ੀ ਬਦਲਾਅ ਕਰਾ ਲਓ ਪਰ ਰੱਦ ਕਰਨ ਦੀ ਗੱਲ ਨਾ ਕਰੋ, ਪਰ ਕਿਸਾਨ ਕਹਿੰਦੇ ਰੱਦ ਹੀ ਕਰਾਉਣੇ ਆ, ਮਾਮਲਾ ਫਸ ਕਿੱਥੇ ਗਿਆ ਫਿਰ? ਦੇਖੋ, ਪਹਿਲੀ ਗੱਲ ਤਾਂ ਜਿਹੜੀ ਜਥੇਬੰਦੀਆਂ ਦੀ ਮੰਗ ਹੈ, ਬੇਨਤੀ ਨਹੀਂ ਕੀਤੀ। ਮੰਗ ਤੇ ਗੌਰ ਕਰਨੀ ਚਾਹੀਦੀ ਹੈ ਸਰਕਾਰ ਨੂੰ। ਉਹ ਕਹਿ ਰਹੀ ਹੈ ਵੀ ਕਿਸਾਨਾਂ ਦੇ ਭਲੇ ਲਈ ਬਣਾਇਆ ਕਾਨੂੰਨ, ਕਿਸਾਨ ਕਹਿ ਰਹੇ ਸਾਨੂੰ ਚਾਹੀਦੇ ਨਹੀਂ, ਰੱਦ ਕਰਨ ਦੇਣੇ ਚਾਹੀਦੇ ਆ।
ਇਸ ਕਰਕੇ ਜਿਹੜਾ ਸਮਾਂ ਜ਼ਿਆਦਾ ਮੀਟਿੰਗਾਂ ਦੇ ਵਿੱਚ ਅਸੀਂ ਤਾਂ ਕਹਿੰਦੇ ਵੀ ਡਿਲੇ ਨਹੀਂ ਕਰਨਾ ਚਾਹੀਦਾ। ਇਸ ਘੋਲ ਦੇ ਵਿੱਚ ਸਾਡੇ 70 ਕਿਸਾਨ ਸ਼ਹੀਦ ਹੋ ਚੁੱਕੇ ਆ, ਹੋਰ ਪਰਖਣ ਦੀ ਲੋੜ ਨਹੀਂ। ਕੱਲ ਹਜ਼ਾਰਾਂ ਦੀ ਗਿਣਤੀ ਸਾਡੀ ਟਰੈਕਟਰਾਂ ਤੇ ਕਿਸਾਨ ਆਏ ਨੇ, ਉਹਨਾਂ ਨੇ ਦਿਖਾਤਾ ਟ੍ਰੇਲ ਜਿਹੜਾ ਹਜੇ ਤਾਂ ਬਹੁਤ ਦੂਰ ਹੈ 26 ਤਰੀਕ ਤੱਕ। ਸਾਡੀ ਅੱਜ ਇਹੀ ਹੈ ਮੰਗ, ਜਿਹੜੀ ਮੀਟਿੰਗਾਂ ਵਾਰ-ਵਾਰ ਆਉਂਦੀਆਂ ਸਵਾਲ ਵੀ ਪੁੱਛ ਰਿਹਾ ਵੀ ਮੀਟਿੰਗ ਚੋਂ ਕੀ ਨਿਕਲਣਾ, ਮੀਟਿੰਗਾਂ 'ਚ ਸਰਕਾਰ ਨੇ ਕੱਢਣਾ, ਅਸੀਂ ਮੀਟਿੰਗ ਤੇ ਦਲੀਲਬਾਜ਼ੀ ਨਾਲ ਹਰਾਵਾਂਗੇ। ਇਹ ਵੀ ਹੋ ਸਕਦਾ ਵੀ ਅੰਦਰ ਸਰਕਾਰ ਨੂੰ ਤੁਸੀਂ ਅੱਜ ਪੁੱਛ ਲਓ ਵੀ ਕੱਲ ਵਾਲਾ ਟ੍ਰੇਲਰ ਦੇਖਿਆ ਸੀ ਕਿ ਨਹੀਂ ਦੇਖਿਆ ਸੀ, ਤੇ ਜੇ ਦੇਖਿਆ ਸੀ ਤਾਂ ਫਿਰ 26 ਵਾਲਾ ਵੇਖ ਲਓ ਫਿਲਮ ਜਿਹੜੀ ਚੱਲਣੀ ਹੈ। ਹਾਂ, ਜੇ ਕੋਈ ਇਸ ਗੱਲ ਤੇ ਆਊਗੀ ਤਾਂ ਵਿਚਾਰ ਲਾਜ਼ਮੀ ਜਵਾਬ ਦੇਵਾਂਗੇ। ਜੇ ਇਸ ਗੱਲ ਤੇ ਆਉਂਦੀ ਹੈ ਵੀ ਕੱਲ ਕੀ ਕੀਤਾ ਕੀ ਨਾ ਕੀਤਾ, ਜੇ ਇਸ਼ੂ ਤੇ ਸਰਕਾਰ ਗੱਲ ਕਰਨਾ ਚਾਹੂਗੀ ਤਾਂ ਜਵਾਬ ਲਾਜ਼ਮੀ ਦੇਵਾਂਗੇ ਗੱਲਬਾਤ 'ਚ। ਪਰ ਸਰਕਾਰ ਇਹ ਵੀ ਲਗਾਤਾਰ ਕਹਿੰਦੀ ਹੈ ਕਿ ਇਸ ਤਰ੍ਹਾਂ ਦਬਾਅ ਬਣਾਉਣ ਦੀ ਕੋਸ਼ਿਸ਼ ਨਾ ਕਰੋ, ਅਸੀਂ ਦਬਾਅ ਹੇਠ ਨਹੀਂ ਆਉਣਾ। ਔਰ ਸਾਫ਼ ਤੌਰ ਤੇ ਅੱਜ ਜਿਸ ਤਰ੍ਹਾਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਪ੍ਰਪੋਜ਼ਲ ਆ ਸਕਦਾ ਸਰਕਾਰ ਦੇ ਵੱਲੋਂ ਕੋਈ, ਹੁਣ ਇਹ ਖਬਰਾਂ ਆ ਰਹੀਆਂ ਨੇ ਬੀਜੇਪੀ ਲੀਡਰ ਇਹ ਕਹਿੰਦੇ ਨੇ, ਸੁਰਜੀਤ ਜਾਨੀ ਨੇ ਆ ਕੇ ਅੱਜ ਇਹ ਕਹਿਤਾ, ਕਹਿੰਦੇ ਕੋਈ ਪ੍ਰਪੋਜ਼ਲ ਨਹੀਂ ਭੇਜਣਾ, ਅਸੀਂ ਕਾਨੂੰਨ ਵਾਪਸ ਨਹੀਂ ਲੈਣੇ। ਦੇਖੋ ਉਹ ਤਾਂ ਪਹਿਲਾਂ ਤੋਂ ਹੀ ਕਹਿ ਰਹੇ ਨੇ, ਬੀਜੇਪੀ ਦੇ ਜਿਹੜੇ ਮੰਤਰੀ ਆ ਉਹ ਆਪਦੀ ਪ੍ਰਧਾਨ ਮੰਤਰੀ ਕੋਲੋਂ ਸ਼ਾਵਾ ਲੈਣ ਦੀ ਖਾਤਰ ਰੋਜ਼ ਨਵੇਂ ਤੋਂ ਨਵਾਂ ਬਿਆਨ ਦੇ ਰਹੇ ਨੇ। ਜਿਹੜੀ ਦਬਾਅ ਪਾਉਣ ਵਾਲੀ ਗੱਲ ਹੈ, ਅਸੀਂ ਤਾਂ ਜਦੋਂ ਤੋਂ ਚੰਡੀਗੜ੍ਹ ਦੇ ਵਿੱਚੋਂ ਮੀਟਿੰਗ ਕਰਕੇ ਦਿੱਲੀ ਦੇ ਵਿੱਚ ਮੀਟਿੰਗਾਂ ਕਰਕੇ ਆਪਣੀਆਂ ਮੰਗਾਂ ਬਾਰੇ ਸਪਸ਼ਟ ਕਰ ਚੁੱਕੇ ਹਾਂ। ਸਰਕਾਰ ਨੂੰ ਇੰਨਾ ਸਮਾਂ ਕਰਨਾ ਨਹੀਂ ਚਾਹੀਦਾ, ਮੀਟਿੰਗਾਂ ਤੋਂ ਫੈਸਲਾ ਲੈਣਾ ਚਾਹੀਦਾ ਸੀਗਾ। ਮਜਬੂਰੀ ਬਸ ਹੈ, ਜਿਹੜੇ ਸਾਡੇ ਅਸੀਂ ਜ਼ਮੀਨ ਬਚਾਉਣ ਦੀ ਖਾਤਰ ਆਏ ਆ, ਇਹਦੇ ਵਿੱਚੋਂ ਕੋਈ ਰਾਜਨੀਤੀ ਨਵਾਂ ਪੈਂਤਰਾ ਨਹੀਂ ਕੱਢ ਸਕਦੇ। ਸਰਕਾਰਾਂ ਨੇ ਪੈਂਤਰਾ ਆਪਦੀ ਆਪ ਨਵਾਂ ਇੱਕ ਅੱਧਾ ਪ੍ਰਚਾਰ ਕਰ ਦਿੰਦੀ ਹੈ। ਜਾਨੀ ਯਾਰ ਕਹਿੰਦੀ ਅੱਜ ਜਿੱਥੇ ਰਹਿ ਰਹੇ ਨੇ, ਜਿੱਥੇ ਉਹ ਵਸ ਰਹੇ ਨੇ, ਅੱਜ ਉਹਨਾਂ ਦੇ ਨਾਲ ਖੜ ਕੇ ਉਹਨਾਂ ਨੂੰ ਫੈਸਲੇ ਆਪਦੀ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਸਮਾਂ ਵੀ ਸਾਡੇ ਮਸਲੇ ਹੱਲ ਹੋਣੇ ਚਾਹੀਦੇ ਆ। ਨਾਲ ਹੀ ਕਿਸਾਨਾਂ ਤੇ ਸਗੋਂ ਬੀਜੇਪੀ ਲੀਡਰ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕਹਿ ਰਹੇ ਨੇ, ਉਹ ਕਹਿੰਦੇ ਕਿ ਤੁਸੀਂ ਤਾਂ ਰਾਜਨੀਤੀ ਵਾਲੇ ਪਾਸੇ ਚੱਲ ਪਏ, ਕਹਿੰਦੇ ਇਲੈਕਸ਼ਨ ਲੜਨਗੇ, ਇਸ ਕਰਕੇ ਇਸ ਸੰਘਰਸ਼ ਨੂੰ ਕਹਿੰਦੇ ਖਤਮ ਨਹੀਂ ਕਰਨਾ ਚਾਹੁੰਦੇ। ਹਰਜੀਤ ਗਰੇਵਾਲ ਸਾਫ਼ ਤੌਰ ਤੇ ਕਿਸਾਨਾਂ ਤੇ ਇਲਜ਼ਾਮ ਲਾਉਣ ਲੱਗ ਗਏ ਨੇ। ਸਾਡੇ ਨਾਲ ਬੈਠਣ ਗਰੇਵਾਲ ਸਾਹਿਬ, ਸਾਡੇ ਨਾਲ ਆਉਣ। ਭਾਰਤੀ ਕਿਸਾਨ ਏਕਤਾ ਸਿੱਧੂਪੁਰ ਦਾ ਜਿਹੜਾ ਇਤਿਹਾਸ ਹੈ, ਅਸੀਂ ਦੱਸਦੇ ਹਾਂ, ਅਸੀਂ ਕਿਸੇ ਨੂੰ ਵੀ 1 ਇੰਚ ਕਿਸੇ ਸਿਆਸੀ ਲੀਡਰ ਨੂੰ, ਨਾ ਸਿਆਸੀ ਵਿਚਾਰ ਨੂੰ, ਨਾ ਕਿਸੇ ਸਿਆਸੀ ਦੇ ਵਿੰਗ ਹੈ, ਅਸੀਂ ਨਿਰੋਲ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਹਾਂ। ਬੈਠੇ ਸਾਡੇ ਨਾਲ, ਅਸੀਂ ਦੇਵਾਂਗੇ ਜਵਾਬ ਕੌਣ ਸਿਆਸੀ। ਹਰਜੀਤ ਗਰੇਵਾਲ ਜਿਹੜੇ ਲਗਾਤਾਰ ਸਵਾਲ ਚੁੱਕਦੇ ਆ ਰਹੇ ਨੇ, ਕਿਸਾਨਾਂ ਤੇ ਸਵਾਲ ਚੁੱਕੇ ਨੇ ਹਰਜੀਤ ਗਰੇਵਾਲ ਨੇ, ਕਿਉਂਕਿ ਹਰਜੀਤ ਗਰੇਵਾਲ ਦੇ ਬਿਆਨ ਅਸੀਂ ਪਹਿਲਾਂ ਵੀ ਦੇਖੇ ਨੇ, ਉਹ ਸਪਸ਼ਟ ਤੌਰ ਤੇ ਇੱਕੋ ਸਭ ਤੋਂ ਜ਼ਿਆਦਾ ਅਗਰ ਬਿਆਨ ਦੇਖੀਏ ਤਾਂ ਹਰਜੀਤ ਗਰੇਵਾਲ ਹਮੇਸ਼ਾ ਕਹਿੰਦੇ ਨੇ ਕਿ ਕਾਨੂੰਨ ਵਾਪਸ ਨਹੀਂ ਹੋਣੇ, ਕਾਨੂੰਨ ਰੱਦ ਨਹੀਂ ਹੋਣੇ। ਇਸ ਤਰ੍ਹਾਂ ਬਿਆਨ ਹਮੇਸ਼ਾ ਤੋਂ ਹਰਜੀਤ ਗਰੇਵਾਲ ਦਿੰਦੇ ਨੇ, ਔਰ ਹੁਣ ਵੀ ਹਰਜੀਤ ਗਰੇਵਾਲ ਦੇ ਬਿਆਨਾਂ ਨੂੰ ਲੈ ਕੇ ਕਿਸਾਨ ਕਹਿੰਦੇ ਨੇ ਕਿ ਸਾਡੇ ਨਾਲ ਬੈਠ ਜਾਣ, ਆ ਕੇ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਗੁਰਮੀਤ ਸਿੰਘ ਮਹਿਮਾ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ। ਮਹਿਮਾ ਸਾਹਿਬ, ਬੀਜੇਪੀ ਲੀਡਰ ਫਿਰ ਕਹਿੰਦੇ ਵੀ ਕੋਈ ਪ੍ਰਪੋਜ਼ਲ ਨਹੀਂ ਦੇਣਾ, ਹਾਲਾਂਕਿ ਸਵੇਰ ਤੱਕ ਚਰਚਾਵਾਂ ਇਹ ਸੀ ਕਿ ਪ੍ਰਪੋਜ਼ਲ ਆਏਗਾ, ਗੱਲਬਾਤ ਤੁਰੇਗੀ, ਹੁਣ ਫਿਰ ਦੂਜੇ ਪਾਸੇ ਹੋ ਗਈ ਗੱਲ। ਵੇਖੋ ਜੀ, ਜਦੋਂ ਤੋਂ ਬਿੱਲ ਲਿਆਂਦੇ ਗਏ ਨੇ, ਅਸੀਂ ਉਦੋਂ ਤੋਂ ਹੀ ਕਹਿ ਰਹੇ ਹਾਂ ਕਿ ਇਹ ਬੀਜੇਪੀ ਜਿਹੜੀ ਪਾਰਟੀ ਹੈ, ਅਮਰੀਕਨ ਸਾਮਰਾਜ ਦੀ ਅਡਾਨੀ ਬਾਨੀ ਹਰਾਂ ਦੀ ਫਰੰਟ ਪਾਰਟੀ ਹੈ, ਔਰ ਨੀਤੀਆਂ ਪਾਲਿਸੀਆਂ ਜੋ ਉਹ ਬਣਾਉਂਦੇ ਨੇ ਉਹੀ ਇਹ ਲਾਗੂ ਕਰਦੇ ਨੇ, ਜੋ ਮੀਟਿੰਗਾਂ ਦੇ ਵਿੱਚ ਮੰਨੇ ਵੀ ਨੇ ਕਿ ਅਸੀਂ ਤਾਂ ਬਿੱਲ ਪੜ੍ਹੇ ਹੀ ਨਹੀਂ ਸੀ, ਜੋ ਸਾਨੂੰ ਬਣ ਕੇ ਆ ਗਏ ਉਹੀ ਅਸੀਂ ਸੁਣਾਤੇ। ਹੁਣ ਤੁਸੀਂ ਰੌਲਾ ਪਾਇਆ ਤਾਂ ਅਸੀਂ ਥੋੜੇ ਵਾਲੇ ਪੜ੍ਹੇ ਨੇ, ਤਾਂ ਇੱਥੋਂ ਲੱਗਦਾ ਵੀ ਜੋ ਉਹ ਪਿੱਛੋਂ ਫੈਸਲਾ ਆਏਗਾ ਤੇ ਮੰਨਣਗੇ, ਨਹੀਂ ਤੇ ਵਰਨਾ ਨਹੀਂ ਮੰਨਣਗੇ। ਸੋ ਉਹ ਤਾਂ ਲੋਕਾਂ ਨੂੰ, ਸਾਡੇ ਕਿਸਾਨਾਂ ਨੂੰ ਬੁੱਧੂ ਬਣਾਉਣ ਲਈ ਵੀ ਅਸੀਂ ਤੁਹਾਡੀ ਪਾਰਟੀ ਆ ਤਾਂ ਇਹ ਬਿੱਲ ਤੁਹਾਡੇ ਫਾਇਦੇ ਦੇ ਪ੍ਰਚਾਰ ਕੀਤਾ ਜਾ ਰਿਹਾ। ਪਰ ਇਹ ਸਾਰਾ ਕੁਝ ਅਮਰੀਕਨ ਸਾਮਰਾਜ ਤੇ ਉਹਨਾਂ ਦੇ ਸਰਮਾਏਦਾਰੀ ਜਿਹੜੀਆਂ ਹੈਗੀਆਂ ਨੇ, ਅਡਾਨੀ ਬਾਨੀ ਜਿਹੜੀਆਂ ਕੰਪਨੀਆਂ ਨੇ, ਕਾਰਪੋਰੇਟ ਘਰਾਣੇ ਨੇ, ਉਹ ਜੋ ਕਹਿਣਗੇ ਉਹੀ ਇਹ ਬੋਲ ਰਹੇ ਨੇ। ਉਹਨਾਂ ਨੂੰ ਬਚਾਉਣ ਲਈ ਵੀ ਉਹ ਸਾਹਮਣੇ ਨਾ ਆਉਣ, ਇਸ ਲਈ ਉਹਨਾਂ ਦੇ ਮੁੱਖ ਬੁਲਾਰੇ ਬਣੇ ਹੋਏ ਨੇ। ਤਾਂ ਸਾਫ਼ ਤੌਰ ਤੇ ਸਿੱਧੇ ਤੌਰ ਤੇ ਸਰਕਾਰ ਤੇ ਸਵਾਲ ਚੁੱਕ ਰਹੇ ਨੇ ਕਿਸਾਨ ਆਗੂਆਂ ਦੇ ਮੁਤਾਬਕ, ਜਦੋਂ ਲਗਾਤਾਰ ਇਹ ਦਾਅਵਾ ਕਰਦੇ ਨੇ। ਇੱਕ ਵਾਰੀ ਤਸਵੀਰਾਂ ਤੁਸੀਂ ਦੇਖ ਲਓ ਕਿ ਇੱਕ ਵਿਗਿਆਨ ਭਵਨ ਦੀਆਂ ਤਸਵੀਰਾਂ ਨੇ ਜਿੱਥੇ ਇਹ ਮੀਟਿੰਗ ਹੋਣੀ ਆ। ਵਿਗਿਆਨ ਭਵਨ ਦੇ ਬਾਹਰ ਦੀ ਤਸਵੀਰ ਤੁਸੀਂ ਦੇਖ ਲਓ, ਦੇਖੋ ਬਾਹਰ ਕਿਸ ਤਰ੍ਹਾਂ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ, ਔਰ ਇਸੇ ਗੇਟ ਸਾਹਮਣੇ ਗੇਟ ਜਿਹੜਾ ਤੁਹਾਨੂੰ ਨਜ਼ਰ ਆਏਗਾ, ਇਸ ਗੇਟ ਤੋਂ ਕਿਸਾਨ ਆਗੂ ਅੰਦਰ ਜਾਣਗੇ। ਅੰਦਰ ਜਾ ਕੇ ਬਲਵੀਰ ਸਿੰਘ ਰਾਜੇਵਾਲ ਅੰਦਰ ਗੇਟ ਨੂੰ ਪਾਰ ਕਰ ਚੁੱਕੇ ਨੇ, ਹਾਲਾਂਕਿ ਉਸ ਤੋਂ ਅੱਗੇ ਉਹਨਾਂ ਨੇ ਜਾਣਾ, ਹਾਲੇ ਡਾਕਟਰ ਦਰਸ਼ਨਪਾਲ ਵੀ ਅੱਗੇ ਜਾ ਚੁੱਕੇ ਨੇ, ਔਰ ਗੇਟ ਦੇ ਅੰਦਰ ਐਂਟਰ ਕੀਤਾ ਉਹਨਾਂ ਨੇ। ਉਸ ਤੋਂ ਅੱਗੇ ਜਿਹੜੀ ਫਾਰਮੈਲਿਟੀਜ਼ ਆ ਉਹ ਪੂਰੀ ਕਰਨ ਤੋਂ ਬਾਅਦ ਮੀਟਿੰਗ ਹਾਲ ਦੇ ਵੱਲ ਵਧਣਗੇ 2 ਵਜੇ, ਕਿਉਂਕਿ ਮੀਟਿੰਗ ਹੋਣੀ ਆ। ਤਾਂ ਇਹ ਵਿਗਿਆਨ ਭਵਨ ਦੀਆਂ ਤਸਵੀਰਾਂ ਨੇ, ਵਿਗਿਆਨ ਭਵਨ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰ੍ਹਾਂ ਬਾਹਰ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ, ਔਰ ਕਿਸ ਤਰ੍ਹਾਂ ਬਾਹਰ ਕਿਸਾਨ ਆਗੂ ਹਲੇ ਬਾਹਰ ਵੀ ਨੇ ਜ਼ਿਆਦਾਤਰ ਗਿਣਤੀ ਵਿੱਚ, ਔਰ ਬਾਹਰ ਕਿਸ ਤਰ੍ਹਾਂ ਮੀਡੀਆ ਦਾ ਜਮਾਵੜਾ ਉਹ ਵੀ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ, ਕਿਉਂਕਿ ਸਭ ਦੀ ਨਜ਼ਰ ਅੱਜ ਟਿਕੀ ਹੋਈ ਹੈ ਕਿ ਆਖਿਰ ਅੱਜ ਇਸ ਵਿਗਿਆਨ ਭਵਨ 'ਚ ਕੀ ਹੋਵੇਗਾ, ਆਖਿਰ ਇਸ ਵਿਗਿਆਨ ਭਵਨ 'ਚ ਚੱਲ ਰਹੀ ਮੀਟਿੰਗ ਤੋਂ ਅੱਜ ਕੀ ਸੁਨੇਹਾ ਆਏਗਾ। ਹਰ ਇੱਕ ਦੀ ਨਜ਼ਰ ਇੱਥੇ ਟਿਕੀ ਹੋਈ ਹੈ, ਇਕੱਲਾ ਪੰਜਾਬ ਹੀ ਨਹੀਂ, ਪੂਰੇ ਦੇਸ਼ ਦੀ ਔਰ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਦੀ ਨਿਗਾਹ ਇਸੇ ਵਿਗਿਆਨ ਭਵਨ ਦੇ ਅੰਦਰ ਅੱਜ ਹੋਣ ਵਾਲੀ ਮੀਟਿੰਗ ਤੇ ਟਿਕੀ ਹੋਈ ਹੈ ਕਿ ਆਖਿਰ ਅੰਦਰ ਅੱਜ ਕੀ ਹੋਏਗਾ, ਕੀ ਚਰਚਾਵਾਂ ਹੋਣਗੀਆਂ, ਕੀ ਫੈਸਲਾ ਹੋਵੇਗਾ, ਕੀ ਮਹੀਨੇ ਤੋਂ ਸਵਾ ਮਹੀਨੇ ਤੋਂ ਚੱਲ ਰਹੇ ਸੰਘਰਸ਼ ਦਾ ਅੱਜ ਇੱਥੇ ਸਮਾਪਤੀ ਹੋ ਜਾਏਗੀ, ਕੀ ਉਹ ਸੰਘਰਸ਼ ਖਤਮ ਹੋਵੇਗਾ। ਲਗਾਤਾਰ ਕੋਸ਼ਿਸ਼ਾਂ ਹੀ ਜਾਰੀ ਨੇ, ਦੋਹਾਂ ਧਿਰਾਂ ਦੇ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ।
ਪਰ ਕਿਤੇ ਨਾ ਕਿਤੇ ਆ ਕੇ ਗੱਲ ਫਿਰ ਵਿਗੜ ਜਾਂਦੀ ਹੈ ਜਦੋਂ ਸਰਕਾਰ ਕਹਿ ਦਿੰਦੀ ਆ ਅਮੈਂਡਮੈਂਟ ਜਿੰਨੀ ਮਰਜ਼ੀ ਕਰਵਾ ਲਓ ਪਰ ਕਾਨੂੰਨ ਰੱਦ ਕਰਨ ਦੀ ਗੱਲ ਨਾ ਕਰੋ। ਤੇ ਇੱਕ ਵਾਰੀ ਫਿਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਵਿਗਿਆਨ ਭਵਨ ਦਿੱਲੀ ਦੀਆਂ, ਜਿੱਥੇ ਇਹ ਮੀਟਿੰਗ ਚੱਲਣੀ ਹੈ ਔਰ ਨਾਲ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਰਵਾਂਗੇ ਤਾਂ ਕਿ ਹੋਰ ਅੰਦਰ ਦੀ ਜਿਹੜੀ ਅਪਡੇਟ ਅੰਦਰ ਜਿਹੜੀ ਗੱਲਬਾਤ ਹੋਣੀ ਹੈ ਉਹਨੂੰ ਲੈ ਕੇ ਚਰਚਾ ਕੀਤੀ ਜਾ ਸਕੇ। ਤੁਸੀਂ ਮੀਟਿੰਗ ਦੇ ਅੰਦਰ ਸ਼ਾਮਲ ਹੋਣਾ ਹੈ ਜੀ, ਕੀ ਲੱਗਦਾ ਹੈ ਕਿ ਮੀਟਿੰਗ ਦੇ ਵਿੱਚ ਅੱਜ ਕਿਸ ਤਰ੍ਹਾਂ ਦਾ ਮਾਹੌਲ ਰਹਿ ਸਕਦਾ ਹੈ? ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਮਾਹੌਲ ਸੀ ਜਿਹੜਾ ਉਹ ਤਲਖ ਵੀ ਹੋ ਗਿਆ ਔਰ ਮੀਟਿੰਗ ਦੇ ਵਿੱਚੋਂ ਸਿਫਰ ਹੀ ਨਿਕਲਿਆ। ਬਿਲਕੁਲ, ਜਿਹੜੀ ਪਿਛਲੀ ਮੀਟਿੰਗ ਸੀ ਲਾਸਟ ਦੇ ਵਿੱਚ ਜਿਹੜੀ ਗੱਲ ਹੋਈ ਸੀ ਕਿ ਮੰਤਰੀ ਜੀ ਨੇ ਗੱਲ ਕਹੀ ਸੀ ਕਿ ਤੁਸੀਂ ਇਹ ਕਾਨੂੰਨ ਰੱਦ ਬਿਨਾਂ ਤੋਂ ਕਿਰਾਏ ਤੋਂ ਬਿਨਾਂ ਕੋਈ ਹੋਰ ਗੱਲ ਨਹੀਂ ਕਰਨਾ ਚਾਹੁੰਦੇ ਤੇ ਸਾਰੀਆਂ ਜਥੇਬੰਦੀਆਂ ਨੇ ਇਕਸੁਰ ਹੋ ਕੇ ਕਿਹਾ ਸੀ ਬਿਲਕੁਲ ਕਾਨੂੰਨ ਰੱਦ ਕਰੋਗੇ ਤੇ ਅਗਲੀ ਗੱਲ ਕਰਾਂਗੇ। ਸੋ ਅੱਜ ਮੀਟਿੰਗ ਉੱਥੋਂ ਹੀ ਦੁਬਾਰਾ ਸ਼ੁਰੂ ਕਰਾਂਗੇ ਤੇ ਦੇਖਦੇ ਹਾਂ ਅੰਦਰ ਜਾ ਕੇ ਕੀ ਮਾਹੌਲ ਆ, ਸਰਕਾਰ ਕਿੱਥੇ ਬੈਠੀ ਆ, ਕਿਉਂਕਿ ਕੱਲ ਵੀ ਬਹੁਤ ਵੱਡਾ ਜਿਹੜਾ ਰੈਲੀ ਕੱਢ ਕੇ ਟਰੈਕਟਰ ਰੈਲੀ ਕੱਢ ਕੇ ਸਰਕਾਰ ਤੇ ਇੱਕ ਦਬਾਅ ਬਣਿਆ ਸੀ, ਉਹ ਅੰਦਰ ਜਾ ਕੇ ਦੇਖਦੇ ਹਾਂ ਕੀ ਮਾਹੌਲ ਹੈ ਜੀ। ਜ਼ਾਹਰ ਤੌਰ ਤੇ ਦਬਾਅ ਤੁਸੀਂ ਦਬਾਅ ਬਣਾਉਣ ਦੀ ਕੋਸ਼ਿਸ਼ ਦੇਖੋ, ਇਸ ਤਰ੍ਹਾਂ ਦੇ ਅਗਰ ਟਰੈਕਟਰ ਮਾਰਚ ਕੀਤਾ ਜਾਂਦਾ ਉਹ ਸਰਕਾਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੈ। ਜਿਵੇਂ ਲਗਾਤਾਰ ਤੁਸੀਂ ਕਹਿ ਰਹੇ ਹੋ ਕਿ ਟ੍ਰੇਲਰ ਆ ਫਿਲਮ 26 ਜਨਵਰੀ ਨੂੰ ਦਿਖਾਉਣੀ ਹੈ ਤਾਂ ਉਹ ਟ੍ਰੇਲਰ ਸਰਕਾਰ ਨੇ ਵੇਖਿਆ, ਪਰ ਜਿਸ ਤਰ੍ਹਾਂ ਕੱਲ ਜਿਹੜੀਆਂ ਖਬਰਾਂ ਬਾਹਰ ਆ ਰਹੀਆਂ ਸੀ ਜਿਹੜੇ ਬੀਜੇਪੀ ਆਗੂ ਸੀ ਲਗਾਤਾਰ ਸੀਨੀਅਰ ਲੀਡਰਸ਼ਿਪ ਦੇ ਨਾਲ ਮੁਲਾਕਾਤ ਕਰ ਰਹੇ ਸੀ ਔਰ ਐਸਾ ਸੁਨੇਹਾ ਦੇਣ ਦੀ ਕੋਸ਼ਿਸ਼ ਸੀ ਕਿ ਜ਼ਰੂਰ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਚੀਜ਼ ਆ ਸਾਹਮਣੇ ਆ ਸਕਦੀ ਆ, ਇੱਕ ਪ੍ਰਸਤਾਵ ਲਿਆਉਣ ਦੀ ਗੱਲ ਹੋ ਗਈ ਸੀ। ਪਰ ਮੀਟਿੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਇੱਕਦਮ ਸਥਿਤੀ ਫਿਰ ਬਦਲ ਗਈ ਆ। ਜਿਹੜੇ ਬੀਜੇਪੀ ਲੀਡਰ ਨੇ ਉਹਨਾਂ ਨੇ ਫਿਰ ਤੋਂ ਕਹਿ ਦਿੱਤਾ ਕਿ ਅਸੀਂ ਦਬਾਅ 'ਚ ਆਉਣ ਵਾਲੇ ਨਹੀਂ ਹੈ, ਕਾਨੂੰਨ ਵਾਪਸ ਨਹੀਂ ਹੋਣੇ। ਕਿਵੇਂ ਦੇਖਦੇ ਹੋ ਇਹਨੂੰ? ਕੀ ਉਹ ਤੁਹਾਡੇ ਟਰੈਕਟਰ ਮਾਰਚ ਦਾ ਦਬਾਅ ਮੰਨਣ ਦੇ ਲਈ ਤਿਆਰ ਨਹੀਂ ਜਾਂ ਫਿਰ ਕੀ ਸੁਨੇਹਾ ਦੇਣਾ ਚਾਹੁੰਦੀ ਹੈ ਸਰਕਾਰ? ਦੇਖੋ ਜੀ, ਪਹਿਲੀ ਤਾਂ ਗੱਲ ਇਹ ਸਰਕਾਰ ਦੱਸੇ ਸਾਨੂੰ ਕਿ ਸਾਨੂੰ ਇਸ ਦੇਸ਼ ਦੇ ਨਾਗਰਿਕ ਮੰਨਦੇ ਆ, ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ ਕੋਈ 1000 2000 5000 ਜਿਹੜੇ ਕਿਸਾਨ ਨਹੀਂਗੇ, ਲੱਖਾਂ ਦੀ ਤਾਦਾਦ ਦੇ ਵਿੱਚ ਕਿਸਾਨ ਆਪਣੇ ਘਰਾਂ ਚੋਂ ਬਾਹਰ ਬੈਠੇ ਆ। ਇਹ ਇਹਨਾਂ ਕਾਨੂੰਨਾਂ ਦੇ ਖਿਲਾਫ ਆਪਣੀ ਲੜਾਈ ਲੜ ਰਹੇ ਆ। ਸਰਕਾਰ ਇੱਕ ਜਿੱਦਬਾਜ਼ੀ ਤੇ ਖੜੀ ਆ, ਸਿਰਫ ਜਿੱਦ ਕਰਕੇ ਜਿਹੜਾ ਕਾਨੂੰਨ ਰੱਦ ਨਹੀਂ ਕਰ ਰਹੀ। ਸੋ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ, ਲੋਕਾਂ 'ਚ ਇਸ ਤੋਂ ਜ਼ਿਆਦਾ ਰੋਹ ਪੈਦਾ ਨਾ ਕਰੇ, ਨਹੀਂ ਤਾਂ ਆਉਣ ਵਾਲੀ 26 ਤਰੀਕ ਨੂੰ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਸੋ ਉਹ ਬਹੁਤ ਜਿਹੜਾ ਖਤਰਨਾਕ ਵੀ ਕਹਿ ਸਕਦੇ ਆ, ਕਿਉਂਕਿ ਲੋਕ ਬਹੁਤ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚੋਂ ਪਿੰਡ-ਪਿੰਡ 'ਚੋਂ 10-10 20-20 ਟਰੈਕਟਰ ਜਿਹੜੇ ਬਿਲਕੁਲ ਤਿਆਰ ਆ ਦਿੱਲੀ ਦੇ ਵਿੱਚ ਆਉਣ ਨੂੰ। ਸੋ ਅਸੀਂ ਇਹੀ ਉਮੀਦ ਜਤਾਉਂਦੇ ਆ ਕਿ ਅੱਜ ਦੀ ਜਿਹੜੀ ਮੀਟਿੰਗ ਆ ਇਹ ਵਧੀਆ ਜਿਹੜੇ ਇਹਦੇ ਵਿੱਚੋਂ ਨਤੀਜੇ ਨਿਕਲ ਕੇ ਸਾਹਮਣੇ ਆਉਣ, ਜਿਹੜੇ ਕਾਨੂੰਨ ਰੱਦ ਕਰਨ ਦਾ ਜਿਹੜਾ ਸਰਕਾਰ ਐਲਾਨ ਕਰੇ। ਤਾਂ ਨਤੀਜੇ ਦੀ ਆਸ ਦੇ ਵਿੱਚ ਕਿਸਾਨ ਆਗੂ ਇੱਥੇ ਪਹੁੰਚਣੇ ਲੱਖਾਂ ਦੀ ਗਿਣਤੀ ਵਿੱਚ, ਕਹਿੰਦੇ ਕਿ ਕਿਸਾਨ ਬਾਰਡਰਾਂ ਤੇ ਬੈਠੇ ਨੇ, ਠੰਡ ਧੁੰਦ ਮੀਂਹ ਵਾਲੇ ਹਾਲਾਤਾਂ ਦੇ ਵਿੱਚ ਕਿਸਾਨ ਪੋਹਦੀਆਂ ਰਾਤਾਂ ਦੇ ਵਿੱਚ ਕਿਸਾਨ ਬੈਠੇ ਨੇ, ਬੀਬੀਆਂ ਬੈਠੀਆਂ ਨੇ, ਬਜ਼ੁਰਗ ਬੈਠੇ ਨੇ, ਬੱਚੇ ਬੈਠੇ ਨੇ ਦਿੱਲੀ ਦੇ ਬਾਰਡਰਾਂ ਤੇ ਔਰ ਨਜ਼ਰ ਸਿਰਫ ਸਰਕਾਰ ਦੇ ਵੱਲ ਹੈ ਕਿ ਸਰਕਾਰ ਕਦੋਂ ਇਹ ਕੇਂਦਰੀ ਖੇਤੀ ਕਾਨੂੰਨ ਵਾਪਸ ਲੈਂਦੀ ਹੈ ਤੇ ਕਦੋਂ ਇਹ ਸੰਘਰਸ਼ ਹੈ ਜਿਹੜਾ ਇਸ ਦਾ ਖਾਤਮਾ ਹੁੰਦਾ ਤੇ ਕਦੋਂ ਇਹ ਕਿਸਾਨ ਘਰਾਂ ਨੂੰ ਵਾਪਸ ਪਰਤਦੇ ਨੇ। ਔਰ ਲਗਾਤਾਰ ਇਸੇ ਵਿਗਿਆਨ ਭਵਨ ਦੇ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ। ਤਸਵੀਰਾਂ ਤੁਹਾਡੇ ਸਾਹਮਣੇ ਨੇ। ਥੋੜੀ ਦੇਰ ਬਾਅਦ ਇਹ ਮੀਟਿੰਗ ਯਾਨੀ 2 ਵਜੇ ਮੀਟਿੰਗ ਹੈ ਜਿਹੜੀ ਉਹ ਹੋਵੇਗੀ ਔਰ ਮੀਟਿੰਗ ਦੇ ਵਿੱਚ ਕੀ ਮਾਹੌਲ ਰਹੇਗਾ, ਕਿਸ ਤਰ੍ਹਾਂ ਦੀ ਗੱਲਬਾਤ ਅੱਗੇ ਤੁਰੇਗੀ, ਕਿਉਂਕਿ ਪਿਛਲੀ ਵਾਰ ਜਦੋਂ ਬਲਵੀਰ ਸਿੰਘ ਰਾਜੇਵਾਲ ਹੋਣੀ ਸ਼ੁਰੂਆਤੀ ਦੌਰ ਦੇ ਵਿੱਚ, ਹਾਲਾਂਕਿ 35 ਮਿੰਟ ਲੇਟ ਮੀਟਿੰਗ ਸਟਾਰਟ ਹੋਈ ਸੀ, ਪਹਿਲਾਂ ਮੰਤਰੀਆਂ ਨੇ ਆਪਣੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ, ਆਪਣੇ ਅਫਸਰਾਂ ਨਾਲ ਮੀਟਿੰਗ ਕੀਤੀ, ਤਾਂ 35 ਮਿੰਟ ਬਾਅਦ ਜਦੋਂ ਮੀਟਿੰਗ ਸਟਾਰਟ ਹੋਈ ਤਾਂ ਉਸ ਮੀਟਿੰਗ ਦੇ ਵਿੱਚ ਤਲਖ ਮਾਹੌਲ ਹੋ ਗਿਆ ਜਦੋਂ ਬਲਵੀਰ ਸਿੰਘ ਰਾਜੇਵਾਲ ਨੇ ਸਪਸ਼ਟ ਕਰ ਦਿੱਤਾ ਕਿ ਕਾਨੂੰਨ ਰੱਦ ਮਤਲਬ ਰੱਦ, ਇਸ ਤੋਂ ਘੱਟ ਕੋਈ ਸਮਝੌਤਾ ਨਹੀਂ। ਤਾਂ ਐਸੇ ਹਾਲਾਤਾਂ ਦੇ ਵਿੱਚ ਅੱਜ ਦੀ ਮੀਟਿੰਗ ਦੇ ਵਿੱਚ ਕੀ ਮਾਹੌਲ ਰਹਿ ਸਕਦਾ? ਅੱਜ ਦੀ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ? ਕੀ ਤਲਖ ਮਾਹੌਲ ਹੋਏਗਾ ਜਾਂ ਫਿਰ ਸ਼ਾਂਤੀ ਦੇ ਨਾਲ ਗੱਲਬਾਤ ਕੀਤੀ ਜਾਵੇਗੀ? ਕਿਉਂਕਿ ਲਗਾਤਾਰ ਕਿਸਾਨ ਆਗੂਆਂ ਤੇ ਵੀ ਖਦਸ਼ੇ ਪ੍ਰਗਟਾ ਰਹੇ ਨੇ। ਸਰਕਾਰ ਨੇ ਸਵਾਲਾਂ ਦੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕਰ ਦਿੱਤੀ ਕਿਸਾਨ ਆਗੂਆਂ ਨੂੰ। ਇਸ ਤਰ੍ਹਾਂ ਦੇ ਬਿਆਨ ਬੀਜੇਪੀ ਲੀਡਰਾਂ ਦੇ ਵੱਲੋਂ ਸਾਹਮਣੇ ਆ ਰਹੇ ਨੇ। ਬੀਜੇਪੀ ਲੀਡਰਾਂ ਨੇ ਕਿਸਾਨ ਆਗੂਆਂ ਦੀ ਮਨਸ਼ਾ ਤੱਕ ਤੇ ਸਵਾਲ ਚੁੱਕ ਦਿੱਤੇ ਨੇ। ਪਰ ਇਹ ਸੰਘਰਸ਼ ਕਿਉਂਕਿ ਕਿਸਾਨ ਆਗੂ ਸਾਫ਼ ਕਰ ਚੁੱਕੇ ਨੇ ਕਿ ਅੱਜ ਬੇਸ਼ੱਕ ਅਗਵਾਈ ਉਹ ਕਰ ਰਹੇ ਨੇ ਪਰ ਲੋਕ ਆਪ ਮੁਹਾਰੇ ਬਾਰਡਰਾਂ ਤੇ ਬੈਠੇ ਨੇ, ਲੋਕ ਆਪ ਮੁਹਾਰੇ ਆ ਕੇ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਰਹੇ ਨੇ। ਕੱਲ ਜਿਸ ਤਰ੍ਹਾਂ ਟਰੈਕਟਰ ਮਾਰਚ ਹੋਇਆ, ਇੱਕ ਵਾਰੀ ਤਸਵੀਰਾਂ ਤੁਸੀਂ ਫਿਰ ਤੋਂ ਦੇਖਦੇ ਰਹੋ ਕਿ ਕਿਸ ਤਰ੍ਹਾਂ ਮਾਹੌਲ ਆ ਵਿਗਿਆਨ ਭਵਨ ਦੇ ਬਾਹਰ। ਲਗਾਤਾਰ ਚਾਹੇ ਜਿਹੜੇ ਕਿਸਾਨ ਆਗੂ ਨੇ ਉਹ ਕਿਸ ਤਰ੍ਹਾਂ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਨੇ ਔਰ ਮੀਡੀਆ ਦੇ ਜ਼ਰੀਏ ਕਿਉਂਕਿ ਲੋਕਾਂ ਤੱਕ ਹਰ ਉਹ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇੱਥੇ ਚੱਲ ਕੇ ਹਰਿੰਦਰ ਸਿੰਘ ਲੱਖੋਵਾਲ ਨੇ ਸਾਡੇ ਨਾਲ। ਲੱਖੋਵਾਲ ਸਾਹਿਬ, ਉਹੀ ਸਵਾਲ ਮੈਂ ਤੁਹਾਡੇ ਬਾਕੀ ਸਾਥੀਆਂ ਨੂੰ ਪੁੱਛਿਆ, ਹੁਣ ਕੀ ਚੱਲ ਰਿਹਾ? ਜਮਾਂ ਗੇਟ ਤੇ ਆ ਕੇ ਖੜ ਗਏ ਹੋ, ਇਸ ਵਿਗਿਆਨ ਭਵਨ ਦੀਆਂ ਬਰੂਹਾਂ ਤੇ ਦਿੱਲੀ ਦੇ ਵਿੱਚ ਆ ਕੇ ਖੜੇ ਹੋ, ਇੱਥੋਂ ਸੁਨੇਹੇ ਦੀ ਉਡੀਕ ਹੈ ਪੰਜਾਬ ਦੇ ਕਿਸਾਨਾਂ ਨੂੰ, ਤਾਂ ਕੀ ਲੱਗਦਾ ਅੱਜ ਕੋਈ ਚੰਗਾ ਸੁਨੇਹਾ ਜਾਏਗਾ? ਮੀਟਿੰਗ ਤੋਂ ਕੀ ਆਸਾਂ ਨੇ? ਦੇਖਦੇ ਹਾਂ ਜੀ, ਜਾ ਕੇ ਸਰਕਾਰ ਤੇ ਗੇਂਦ ਸਿੱਟੀ ਹੋਈ ਆ ਅਸੀਂ ਪਾਲੇ ਦੇ ਵਿੱਚ। ਅੱਜ ਸਾਨੂੰ ਸਰਕਾਰ ਨੇ ਜਵਾਬ ਦੇਣਾ ਵੀ ਸਾਡੇ ਕਾਨੂੰਨ ਵਾਪਸ ਲੈਂਦੀ ਆ ਜਾਂ ਸਾਨੂੰ ਇਸ ਤਰ੍ਹਾਂ ਹੀ ਸੁੱਕੇ ਮੂੰਹ ਮੋੜਦੀ ਆ। ਮੁੜ ਆਵਾਂਗੇ ਫਿਰ, ਕੋਈ ਗੱਲ ਨਹੀਂ, ਅਸੀਂ ਤਾਂ ਬੈਠੇ ਹਾਂ, ਜਦ ਫਿਰ ਸੱਦੂ ਫਿਰ ਚਲੇ ਜਾਵਾਂਗੇ, ਜਦ ਸਰਕਾਰ ਨੂੰ ਅਕਲ ਆਊ, ਜਦ ਸਰਕਾਰ ਦੇ
ਦਿਮਾਗ 'ਚ ਗੱਲ ਪਊ ਸਾਡੀ। ਅਸੀਂ ਤਾਂ 7 ਮਹੀਨਿਆਂ ਤੋਂ ਦਿਮਾਗ 'ਚ ਗੱਲ ਪਾਉਣ ਨੂੰ ਫਿਰਦੇ ਹੀ ਆ। 7 ਮਹੀਨੇ ਉੱਥੇ ਬੈਠਿਆਂ ਨੂੰ ਹੋ ਗਏ, 1.5 ਮਹੀਨਾ ਇੱਥੇ ਹੋ ਗਿਆ। ਜਿੱਦਣ ਸਰਕਾਰ ਕਹੂਗੀ ਚਲੇ ਜਾਵਾਂਗੇ, ਨਹੀਂ ਤਾਂ ਫਿਰ ਅਸੀਂ ਸਾਡਾ ਅੰਦੋਲਨ ਜਾਰੀ ਆ ਤੇ ਅਸੀਂ ਤਾਂ ਇਹ ਵਾਪਸ ਕਰਵਾ ਕੇ ਹੀ ਜਾਵਾਂਗੇ। ਬੀਜੇਪੀ ਲੀਡਰ ਕਹਿੰਦੇ ਨੇ ਕਾਨੂੰਨ ਰੱਦ ਕਰਨ ਦੀ ਗੱਲ ਨਾ ਕਰੋ। ਉਹ ਕਹਿੰਦੇ 12 ਤੋਂ ਵੱਧ ਜਿਹੜੀਆਂ ਤਬਦੀਲੀਆਂ ਨੇ ਉਹ ਕਰਨ ਲਈ ਤਿਆਰ ਆ। ਉਹਦੇ ਵਿੱਚ ਕੀ ਰਹੇਗਾ ਕਾਨੂੰਨ ਦੇ, ਪਰ ਕਹਿੰਦੇ ਰੱਦ ਵਾਲੀ ਗੱਲ ਨਾ ਕਰੋ। ਰੱਦ ਨਾਲ ਕੀ ਅਲਰਜੀ ਆ? ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਰੱਦ ਦੇ ਨਾਂ ਨਾਲ ਕੀ ਅਲਰਜੀ ਆ। ਤੇ ਕਾਨੂੰਨ ਜਦ ਹੈ ਹੀ ਕੁਛ ਨਹੀਂ, ਉਹਦੇ ਵਿੱਚ ਨਹੀਂ ਰਹਿੰਦਾ, ਤਾਂ ਇਹਨਾਂ ਨੂੰ ਰੱਦ ਕਰ ਦੇਣੇ ਚਾਹੀਦੇ ਆ। ਐਵੇਂ ਹਿੰਡ ਨਹੀਂ ਕਰਨੀ ਚਾਹੀਦੀ। ਸਰਕਾਰ ਦੀ ਛਵੀ ਖਰਾਬ ਹੋ ਰਹੀ ਆ। ਸਾਰੇ ਸਟੇਟਾਂ ਤੋਂ ਲੋਕ, ਪਹਿਲਾਂ ਤਾਂ 2-3 ਸਟੇਟਾਂ ਸੀ, ਹੁਣ ਸਾਰੀਆਂ ਸਟੇਟਾਂ ਤੋਂ ਲੋਕ ਇਹਨਾਂ ਦੇ ਖਿਲਾਫ ਹੋ ਰਹੇ ਨੇ। ਇਹਨਾਂ ਦਾ ਬਾਹਰਲੇ ਦੇਸ਼ਾਂ 'ਚ ਵੀ ਇਹਨਾਂ ਦਾ ਮਾੜਾ ਹਾਲ ਹੋ ਰਿਹਾ। ਇਸ ਲਈ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਨੇ। ਤਾਂ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਨੇ। ਸਰਕਾਰ ਨੂੰ ਐਸੀ ਸਲਾਹ ਦੇ ਰਹੇ ਨੇ ਹਰਿੰਦਰ ਸਿੰਘ ਲੱਖੋਵਾਲ, ਕਿਸਾਨ ਨੇਤਾ ਨੇ, ਔਰ ਸਾਫ਼ ਤੌਰ ਤੇ ਸਰਕਾਰ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕਿ ਜਿੰਨੀ ਦੇਰ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ ਇਹ ਕਿਸਾਨ ਇੱਥੋਂ ਵਾਪਸ ਨਹੀਂ ਜਾਣਗੇ। ਸਰਕਾਰ ਜਿੰਨੀਆਂ ਮਰਜ਼ੀ ਮੀਟਿੰਗਾਂ ਕਰ ਲੇ, ਸਰਕਾਰ ਜਿੰਨੀ ਮਰਜ਼ੀ ਗੱਲਬਾਤ ਕਰ ਲਵੇ, ਪਰ ਅਖੀਰ ਕਾਨੂੰਨ ਰੱਦ ਕਰਨੇ ਪੈਣਗੇ। ਦਿੱਲੀ ਦੇ ਬਾਰਡਰਾਂ ਤੇ, ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਸੰਘਰਸ਼ ਕਹਿੰਦੇ ਨੇ ਕਿ ਖਤਮ ਨਹੀਂ ਹੋਵੇਗਾ। ਕਿਸਾਨ ਆਗੂ ਲਗਾਤਾਰ ਮੀਟਿੰਗਾਂ ਕਰਦੇ ਆ ਰਹੇ ਨੇ। ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਤਾਂ ਕਿ ਕੋਈ ਨਾ ਕੋਈ ਗੱਲਬਾਤ ਅੱਗੇ ਵਧ ਸਕੇ, ਤਾਂ ਕਿ ਕੋਈ ਨਾ ਕੋਈ ਸੁੱਖ ਸੁਨੇਹਾ ਇਹਨਾਂ ਮੀਟਿੰਗਾਂ ਤੋਂ ਮਿਲ ਸਕੇ ਔਰ ਸੰਘਰਸ਼ ਹੈ ਜਿਹੜਾ ਇਸ ਨੂੰ ਖਤਮ ਕਰਨ ਵਾਲੇ ਪਾਸੇ ਗੱਲ ਤੋਰੀ ਜਾ ਸਕੇ, ਇਸ ਸੰਘਰਸ਼ ਨੂੰ ਨੇਪਰੇ ਚੜ੍ਹਿਆ ਜਾ ਸਕੇ। ਔਰ ਸਭ ਦੀਆਂ ਨਜ਼ਰਾਂ ਇਸ ਵੇਲੇ ਇੱਥੇ ਹੀ ਨੇ ਕਿ ਕਦੋਂ ਇਹ ਸੰਘਰਸ਼ ਖਤਮ ਹੋਵੇਗਾ। ਪੌਦੀਆਂ ਰਾਤਾਂ ਨੇ, ਠੰਡ ਹੈ, ਮੀਂਹ ਪੈਂਦਾ, ਧੁੰਦ ਪੈਂਦੀ ਹੈ, ਪਰ ਬਾਵਜੂਦ ਇਸ ਦੇ ਟਰਾਲੀਆਂ ਦੇ ਵਿੱਚ, ਟੈਂਟਾਂ ਦੇ ਵਿੱਚ ਜਿਹੜੇ ਕਿਸਾਨ ਨੇ, ਬਜ਼ੁਰਗ ਨੇ, ਬੀਬੀਆਂ ਨੇ, ਬੱਚੇ ਨੇ, ਉਹ ਟੈਂਟਾਂ ਦੇ ਵਿੱਚ, ਟਰਾਲੀਆਂ ਦੇ ਵਿੱਚ ਰਾਤਾਂ ਕੱਟ ਰਹੇ ਨੇ। 1.25 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ, ਪਰ ਸਾਫ਼ ਕਰ ਚੁੱਕੇ ਨੇ। ਚਾਹੇ ਕਿਸੇ ਬੱਚੇ ਨੂੰ ਪੁੱਛੋ, ਚਾਹੇ ਕਿਸੇ ਬਜ਼ੁਰਗ ਨੂੰ ਪੁੱਛੋ, ਚਾਹੇ ਕਿਸੇ ਮਾਤਾ ਨੂੰ ਪੁੱਛੋ, ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤਾਂ ਇੱਕੋ ਬਿਆਨ ਸਾਹਮਣੇ ਆਉਂਦਾ ਕਿ ਜੀ ਸੰਘਰਸ਼ ਉਦੋਂ ਹੀ ਖਤਮ ਹੋਣਾ ਜਦੋਂ ਕਾਨੂੰਨ ਵਾਪਸ ਹੋਣੇ ਨੇ। ਤਾਂ ਕਿਸਾਨ ਆਗੂ ਸਾਫ਼ ਕਰ ਚੁੱਕੇ ਨੇ ਕਿ ਬੇਸ਼ੱਕ ਅਸੀਂ ਅਗਵਾਈ ਕਰ ਰਹੇ ਹਾਂ, ਪਰ ਕਿਉਂਕਿ ਲੋਕ ਆਪ ਮੁਹਾਰੇ ਇਸ ਸੰਘਰਸ਼ ਦਾ ਹਿੱਸਾ ਬਣੇ ਹੋਏ ਨੇ ਤਾਂ ਉਹਨਾਂ ਨੂੰ ਇੱਕੋ ਹੀ ਲਾਈਨ ਪਤਾ ਹੈ ਕਿ ਕਾਨੂੰਨ ਰੱਦ ਹੋਏ ਕਿ ਨਹੀਂ ਹੋਏ। ਜਿਸ ਤਰ੍ਹਾਂ ਸਰਕਾਰ ਕਹਿੰਦੀ ਹੈ ਕਿ ਅਮੈਂਡਮੈਂਟ ਕਰਵਾ ਲਓ, 12 ਤੋਂ ਬਾਅਦ ਕਹਿੰਦੇ ਅਮੈਂਡਮੈਂਟ ਹੋ ਗਈਆਂ ਤਾਂ ਕਾਨੂੰਨ 'ਚ ਬਚਿਆ ਕੀ। ਪਰ ਇਹ ਕਿਸਾਨ ਆਗੂ ਕਹਿੰਦੇ ਨੇ ਕਿ ਜਿਹੜੇ ਲੋਕ ਬਾਰਡਰਾਂ ਤੇ ਬੈਠੇ ਨੇ ਉਹਨਾਂ ਨੂੰ ਇੱਕੋ ਲਾਈਨ ਦਾ ਪਤਾ ਹੈ ਕਿ ਕਾਨੂੰਨ ਰੱਦ ਹੋਏ ਕਿ ਨਹੀਂ ਹੋਏ। ਜੇ ਰੱਦ ਹੋਏ ਤਾਂ ਦੱਸੋ, ਅਸੀਂ ਘਰਾਂ ਨੂੰ ਜਾਈਏ। ਜੇ ਰੱਦ ਨਹੀਂ ਹੋਏ ਫਿਲਹਾਲ ਵਾਸਤੇ ਤੁਸੀਂ ਅਪਡੇਟ ਉੱਥੇ ਲੈਂਦੇ ਰਹੋ, ਪਰ ਫਿਲਹਾਲ ਤੁਹਾਡਾ ਫਿਰ ਤੋਂ ਅਸੀਂ ਰੁਕ ਕਰਾਂਗੇ ਕੁਝ ਦੇਰ ਬਾਅਦ। ਪਰ ਉਸ ਤੋਂ ਪਹਿਲਾਂ ਇੱਕ ਵੱਡੀ ਖਬਰ ਦੱਸ ਦਿੰਦੇ ਆ। ਲਗਾਤਾਰ 44 ਦਿਨ ਹੋ ਚੁੱਕੇ ਕਿਸਾਨਾਂ ਨੂੰ ਬਰੂਹਾਂ ਤੇ ਡਟੇ ਹੋਏ, ਪਰ ਉਸ ਵਿਚਾਲੇ ਸਿਆਸੀ ਸੰਗਰਾਮ ਵੀ ਜਾਰੀ ਹੈ। ਪ੍ਰਿਯੰਕਾ ਗਾਂਧੀ ਨੂੰ ਪੰਜਾਬ ਕਾਂਗਰਸ ਦੇ ਆਗੂ ਮਿਲੇ ਨੇ, ਜੰਤਰ ਮੰਤਰ ਤੇ ਧਰਨਾ ਦੇ ਰਹੇ ਨੇ ਆਗੂ, ਔਰ ਇਹਨਾਂ ਵੱਲੋਂ ਮੁਲਾਕਾਤ ਕੀਤੀ ਗਈ ਹੈ ਪ੍ਰਿਯੰਕਾ ਗਾਂਧੀ ਦੇ ਨਾਲ। MP ਰਵਨੀਤ ਬਿੱਟੂ, ਗੁਰਜੀਤ ਔਜਲਾ, ਜਸਬੀਰ ਡਿੰਪਾ ਨੇ ਮੁਲਾਕਾਤ ਕੀਤੀ ਹੈ ਪ੍ਰਿਯੰਕਾ ਗਾਂਧੀ ਦੇ ਨਾਲ। ਕਾਂਗਰਸ ਵਿਧਾਇਕ ਕੁਲਬੀਰ ਜ਼ੀਰਾ ਵੀ ਮਿਲ ਕੇ ਆਏ ਪ੍ਰਿਯੰਕਾ ਗਾਂਧੀ ਨੂੰ, ਔਰ ਕਿਸਾਨਾਂ ਦੇ ਮੁੱਦੇ ਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਨਾਲ ਚਰਚਾ ਕੀਤੀ ਗਈ। ਪੂਰੀ ਅਪਡੇਟ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਵੇਲੇ ਗਰਾਊਂਡ ਲੈਵਲ ਤੇ ਕੀ ਕੁਝ ਹਾਲਾਤ ਬਣੇ ਹੋਏ ਨੇ। ਜੰਤਰ ਮੰਤਰ ਤੇ 32 ਦਿਨਾਂ ਤੋਂ ਲਗਾਤਾਰ ਕਾਂਗਰਸ ਆਗੂ ਧਰਨੇ ਤੇ ਬੈਠੇ ਹੋਏ ਨੇ। ਤੇ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਕਿ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੂੰ ਮਿਲੇ ਨੇ ਔਰ ਜੰਤਰ ਮੰਤਰ ਤੇ ਇਹ ਆਗੂਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਤਕਰੀਬਨ 32 ਦਿਨ ਹੋ ਚੁੱਕੇ ਨੇ ਇਹ ਆਗੂ ਧਰਨੇ ਤੇ ਬੈਠੇ ਹੋਏ ਨੇ ਜੰਤਰ ਮੰਤਰ ਵਿਖੇ, ਔਰ ਫਿਲਹਾਲ ਅੱਜ ਪ੍ਰਿਯੰਕਾ ਗਾਂਧੀ ਦੇ ਨਾਲ ਇਹਨਾਂ ਦੀ ਮੁਲਾਕਾਤ ਹੋਈ ਹੈ, ਜਿਸ ਦੇ ਵਿੱਚ ਰਵਨੀਤ ਬਿੱਟੂ, ਗੁਰਜੀਤ ਔਜਲਾ, ਜਸਬੀਰ ਡਿੰਪਾ ਔਰ ਕੁਲਬੀਰ ਜ਼ੀਰਾ ਮੌਜੂਦ ਨੇ। ਤੇ तमाम ਜਿਹੜੇ ਮੰਤਰੀ ਨੇ ਕਾਂਗਰਸ ਦੇ ਔਰ ਵਿਧਾਇਕ ਜਿਹੜੇ ਨੇ ਉਹ ਇਸ ਵੇਲੇ ਬੈਠੇ ਹੋਏ ਨੇ ਧਰਨੇ ਉੱਤੇ, ਔਰ 32 ਦਿਨ ਇਹਨਾਂ ਦੇ ਧਰਨੇ ਨੂੰ ਹੋ ਚੁੱਕੇ ਨੇ। ਇਸ ਦੌਰਾਨ ਪ੍ਰਿਯੰਕਾ ਗਾਂਧੀ ਦੇ ਨਾਲ ਮੁਲਾਕਾਤ ਕਰਕੇ ਇਹਨਾਂ ਵੱਲੋਂ तमाम ਕਿਸਾਨਾਂ ਦੇ ਮੁੱਦੇ ਤੇ ਔਰ ਹੋਰ ਵੀ ਜੋ ਇਸ ਦੇ ਨਾਲ ਜੁੜੇ ਹੋਏ ਮਸਲੇ ਨੇ ਸਾਰਿਆਂ ਤੇ ਚਰਚਾ ਕੀਤੀ ਗਈ ਹੈ। ਤਾਂ ਤਸਵੀਰਾਂ ਤੁਸੀਂ ਇਸ ਵੇਲੇ ਦਿੱਲੀ ਦੀਆਂ ਦੇਖ ਸਕਦੇ ਹੋ, ਜਿੱਥੇ ਕਿ ਮੁਲਾਕਾਤ ਹੋਈ ਹੈ ਔਰ ਜੰਤਰ ਮੰਤਰ ਤੇ ਆਗੂਆਂ ਵੱਲੋਂ ਧਰਨਾ ਲਗਾਤਾਰ ਦਿੱਤਾ ਜਾ ਰਿਹਾ। 32 ਦਿਨ ਹੋ ਚੁੱਕੇ ਨੇ ਇਹਨਾਂ ਦੇ ਧਰਨੇ ਨੂੰ, ਔਰ ਕਾਂਗਰਸ ਵਿਧਾਇਕ ਕੁਲਬੀਰ ਜ਼ੀਰਾ ਦੇ ਵਿੱਚ ਇਸ ਦੇ ਵਿੱਚ ਮੌਜੂਦ ਸੀ ਰਵਨੀਤ ਬਿੱਟੂ, ਗੁਰਜੀਤ ਔਜਲਾ, ਔਰ ਕਿਸਾਨਾਂ ਦੇ ਮੁੱਦੇ ਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਨਾਲ ਪੂਰੀ ਚਰਚਾ ਕੀਤੀ ਗਈ ਹੈ। ਪੂਰੇ ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ ਔਰ ਗਰਾਊਂਡ ਲੈਵਲ ਤੇ ਕੀ ਕੁਝ ਇਸ ਵੇਲੇ ਹਲਚਲ ਚੱਲ ਰਹੀ ਹੈ, ਹਰ ਇੱਕ ਦੀ ਸਮੀਖਿਆ ਜਿਹੜੀ ਪੂਰੀ ਕਰਨ ਤੋਂ ਬਾਅਦ ਪੂਰੀ ਜਾਣਕਾਰੀ ਪ੍ਰਿਯੰਕਾ ਗਾਂਧੀ ਦੇ ਨਾਲ ਸਾਂਝੀ ਕੀਤੀ ਗਈ ਹੈ। ਤਾਂ ਇੱਕ ਵਾਰ ਸਿੱਧੇ ਰੋਕ ਕਰ ਲੈਣੇ ਵਿਗਿਆਨ ਭਵਨ ਦਾ, ਜਿੱਥੇ ਮੇਰੇ ਸਹਿਯੋਗੀ ਨਪਿੰਦਰ ਬਰਾੜ ਸਾਡੇ ਨਾਲ ਲਗਾਤਾਰ ਜੁੜੇ ਹੋਏ ਆ। ਤਸਵੀਰਾਂ ਵੀ ਤੁਸੀਂ ਬਿਲਕੁਲ ਲਾਈਵ ਦੇਖ ਸਕਦੇ ਹੋ ਵਿਗਿਆਨ ਭਵਨ ਦੀਆਂ। 8ਵਾਂ ਦੌਰ ਇਹ ਮੀਟਿੰਗ ਦਾ, ਔਰ ਕੀ ਕੁਝ ਉਮੀਦਾਂ ਕਿਸਾਨਾਂ ਨੂੰ, ਉਸ ਬਾਰੇ ਵੀ ਗੱਲਬਾਤ ਕਰਾਂਗੇ। ਨਪਿੰਦਰ, ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਅਪਡੇਟ ਲੈਣਾ ਚਾਹੁੰਦੇ ਆ ਕਿ ਅੱਜ ਕੇਂਦਰ ਸਰਕਾਰ ਵੱਲੋਂ ਕਿਹੜੇ-ਕਿਹੜੇ ਮੰਤਰੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ, ਕਿਉਂਕਿ ਕੁਝ ਹੀ ਸਮਾਂ ਰਹਿ ਗਿਆ ਮੀਟਿੰਗ ਨੂੰ। ਦੇਖੋ ਬਿਲਕੁਲ ਜਿਹੜੇ ਮੰਤਰੀ ਲਗਾਤਾਰ ਪਹਿਲਾਂ ਮੀਟਿੰਗ ਕਰਦੇ ਨੇ, ਜਿਹੜੀ ਹੁਣ ਤੱਕ ਜਾਣਕਾਰੀ ਆ ਰਹੀ ਹੈ
ਸੋਮ ਪ੍ਰਕਾਸ਼ ਨੇ ਔਰ ਜਿਹੜੇ ਸੋਮ ਪ੍ਰਕਾਸ਼ ਤੋਂ ਇਲਾਵਾ ਜਿਹੜੇ ਨਰਿੰਦਰ ਤੋਮਰ ਨੇ ਖੇਤੀਬਾੜੀ ਮੰਤਰੀ ਨੇ ਔਰ ਰੇਲ ਮੰਤਰੀ ਜਿਹੜੇ ਪਿਊਸ਼ ਗੋਇਲ ਨੇ, ਇਹ ਫਿਲਹਾਲ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਇਹੀ ਲੋਕ ਸ਼ਾਮਲ ਹੋਣਗੇ। ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਤੁਸੀਂ ਦੇਖਿਆ ਸੀਗਾ ਕਿ ਜਿਸ ਤਰ੍ਹਾਂ ਰਾਜਨਾਥ ਸਿੰਘ ਹੋਰਾਂ ਦੇ ਆਉਣ ਦੀ ਗੱਲ ਹੋਈ ਸੀ ਤਾਂ ਪਿਛਲੀ ਮੀਟਿੰਗ 'ਚ ਬੜੀਆਂ ਉਮੀਦਾਂ ਜਾਗੀਆਂ ਸੀ ਕਿ ਅਗਰ ਰਾਜਨਾਥ ਸਿੰਘ ਆਉਣਗੇ ਤਾਂ ਬੜੀ ਗੱਲਬਾਤ ਹੈ ਜਿਹੜੀ ਉਹ ਕਿਸੇ ਉਸਾਰੂ ਵਾਲੇ ਪਾਸੇ ਚੱਲ ਸਕਦੀ ਹੈ, ਪੋਜ਼ਿਟਿਵਿਟੀ ਵਾਲੇ ਪਾਸੇ ਚੱਲ ਸਕਦੀ ਹੈ, ਪਰ ਉਹ ਨਹੀਂ ਸੀ ਆਏ। ਤਾਂ ਉਹਦੇ ਅੰਦਾਜ਼ਾ ਹੋ ਗਿਆ ਸੀ ਕਿ ਮੀਟਿੰਗ ਦੇ ਵਿੱਚੋਂ ਕੋਈ ਨਿਕਲਦਾ ਨਜ਼ਰ ਨਹੀਂ ਆ ਰਿਹਾ ਔਰ ਹੋਇਆ ਵੀ ਉਹੀ, ਮੀਟਿੰਗ ਸਿਫਰ ਤੇ ਆ ਕੇ ਖਤਮ ਹੋ ਗਈ ਸੀ। ਪਰ ਅੱਜ ਵੀ ਇਹੀ ਤਿੰਨੇ ਮੰਤਰੀ ਜਿਹੜੇ ਸ਼ਾਮਲ ਹੁੰਦੇ ਨਜ਼ਰ ਆ ਰਹੇ ਨੇ, ਕਿਉਂਕਿ ਥੋੜੀ ਦੇਰ ਪਹਿਲਾਂ ਜਿਸ ਤਰ੍ਹਾਂ ਦਾ ਸੁਨੇਹਾ ਆਇਆ, ਜਿਸ ਤਰ੍ਹਾਂ ਦਾ ਬਿਆਨ ਬੀਜੇਪੀ ਲੀਡਰਾਂ ਦਾ ਆਇਆ, ਤਾਂ ਨਹੀਂ ਲੱਗਦਾ ਕਿ ਅੱਜ ਦੀ ਮੀਟਿੰਗ ਦੇ ਵਿੱਚੋਂ ਕੋਈ ਸਾਰਥਕ ਹੱਲ ਵਾਲੇ ਪਾਸੇ ਮੀਟਿੰਗ ਵੱਧਦੀ ਆ। ਕਿਉਂਕਿ ਸਪਸ਼ਟ ਤੌਰ ਤੇ ਉਹਨਾਂ ਕਹਿ ਦਿੱਤਾ ਸੀ, ਸੁਰਜੀਤ ਜੈਨੀ ਹੋਰਾਂ ਕਿਹਾ, ਮਾਸਟਰ ਮੋਹਨ ਲਾਲ ਹੋਰਾਂ ਕਿਹਾ ਕਿ ਕਾਨੂੰਨ ਰੱਦ ਕਰਨ ਦੀ ਗੱਲ ਨਾ ਕਰੋ, ਕਾਨੂੰਨ ਰੱਦ ਨਹੀਂ ਹੋਣੇ। ਤਾਂ ਜਦੋਂ ਇਸ ਤਰ੍ਹਾਂ ਬਿਆਨ ਆਉਂਦਾ ਤਾਂ ਉਸ ਦਾ ਪ੍ਰਭਾਵ ਸਿੱਧੇ ਤੌਰ ਤੇ ਨਾ ਕਿਸਾਨ ਆਗੂਆਂ ਦੇ ਜ਼ਿਹਨ ਤੇ ਪੈਂਦਾ ਔਰ ਮੀਟਿੰਗ ਦੇ ਅੰਦਰ ਜਾਣ ਤੋਂ ਪਹਿਲਾਂ ਜਿਸ ਤਰ੍ਹਾਂ ਦਾ ਮਾਹੌਲ ਬਣਦਾ, ਪਿਛਲੀ ਮੀਟਿੰਗ ਦੇ ਵਿੱਚ ਤੁਸੀਂ ਦੇਖਿਆ ਸੀਗਾ ਕਿ ਬਲਵੀਰ ਸਿੰਘ ਰਾਜੇਵਾਲ ਜਿਹੜੇ ਨੇ ਉਹ ਤਲਖ ਹੋਏ। ਇਸੇ ਕਰਕੇ ਤਲਖ ਹੋਏ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਕਾਨੂੰਨ ਰੱਦ ਦਾ ਮਤਲਬ ਰੱਦ, ਪਰ ਸਰਕਾਰ ਵਾਰੀ-ਵਾਰੀ ਉਸ ਗੱਲ ਨੂੰ ਢਾਲ ਰਹੀ ਸੀ ਔਰ ਅਮੈਂਡਮੈਂਟ ਦੀ ਗੱਲ ਵਾਰੀ-ਵਾਰੀ ਕੀਤੀ ਜਾਂਦੀ। ਤੁਸੀਂ ਤਸਵੀਰਾਂ ਦੇਖਦੇ ਰਹੋ ਕਿ ਵਿਗਿਆਨ ਭਵਨ ਜਿੱਥੇ ਇਹ ਮੀਟਿੰਗ ਹੋਣੀ ਹੈ ਹੁਣ ਤੋਂ ਥੋੜੀ ਦੇਰ ਬਾਅਦ, ਯਾਨੀ 2 ਵਜੇ ਮੀਟਿੰਗ ਹੋਣੀ ਹੈ, ਤਾਂ ਵਿਗਿਆਨ ਭਵਨ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ, ਜਿੱਥੇ ਕਿਸਾਨ ਆਗੂ ਜਿਹੜੇ ਨੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਕਰਨਗੇ, ਗੱਲਬਾਤ ਕਰਨਗੇ ਔਰ ਉਸ ਮੀਟਿੰਗ ਤੇ ਸਭ ਦੀਆਂ ਨਜ਼ਰਾਂ ਨੇ, ਸਾਡੀਆਂ ਨਜ਼ਰਾਂ ਨੇ, ਤੁਹਾਡੀਆਂ ਨਜ਼ਰਾਂ ਨੇ ਔਰ ਇਹੀ ਜਾਣਨ ਦੀ ਕੋਸ਼ਿਸ਼ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੀ ਮਸਲੇ ਦਾ ਹੱਲ ਨਿਕਲੇਗਾ। ਪਰ ਜਿਸ ਤਰ੍ਹਾਂ ਬੀਜੇਪੀ ਦੇ ਆਗੂ ਨੇ ਉਹ ਲਗਾਤਾਰ ਇਹੀ ਗੱਲ ਕਰਦੇ ਨੇ, ਵਾਰੀ-ਵਾਰੀ ਇੱਕੋ ਗੱਲ ਦੁਹਰਾਉਂਦੇ ਨੇ, ਅਮੈਂਡਮੈਂਟ ਜਿੰਨੀ ਮਰਜ਼ੀ ਕਰਵਾ ਲਓ ਪਰ ਕਾਨੂੰਨ ਰੱਦ ਕਰਵਾਉਣ ਦੀ ਗੱਲ ਨਾ ਕਰੋ। ਤਾਂ ਕਿਸਾਨ ਆਗੂ ਕਹਿੰਦੇ ਨੇ ਕਿ ਜਦੋਂ ਤੁਸੀਂ ਅਮੈਂਡਮੈਂਟ ਕਹਿੰਦੇ ਹੋ, ਜਿੰਨੀ ਮਰਜ਼ੀ ਅਮੈਂਡਮੈਂਟ ਕਹਿੰਦੇ ਹੋ ਕਰਵਾ ਲਓ, ਤਾਂ ਉਹ ਜਦੋਂ ਕਾਨੂੰਨ ਪੂਰੀ ਤਰ੍ਹਾਂ ਖਾਲੀ ਹੋ ਜਾਣਗੇ ਤਾਂ ਤੁਸੀਂ ਉਹਨਾਂ ਨੂੰ ਰੱਦ ਕਰਨ ਤੋਂ ਕਿਉਂ ਭੱਜਦੇ ਹੋ। ਇਸ ਤਰ੍ਹਾਂ ਦੇ ਜਿਹੜੇ ਤਰਕ ਨੇ ਦੋਨੇ ਪਾਸੋਂ ਦਿੱਤੇ ਜਾ ਰਹੇ ਨੇ ਔਰ ਇਹਨਾਂ ਤਰਕਾਂ ਦੇ ਵਿੱਚ ਮੀਟਿੰਗ ਹੈ ਜਿਹੜੀ, ਮੀਟਿੰਗਾਂ ਦਾ ਦੌਰ ਜਿਹੜਾ ਲਗਾਤਾਰ ਜਾਰੀ ਹੈ। ਅੱਜ ਦੀ ਮੀਟਿੰਗ 2 ਵਜੇ ਸਾਹਮਣੇ ਆਉਣਗੀਆਂ, ਕੀ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਮਸਲੇ ਦਾ ਹੱਲ ਨਿਕਲ ਸਕੇਗਾ ਜਾਂ ਫਿਰ ਹਮੇਸ਼ਾ ਵਾਂਗ ਅੱਜ ਦੀ ਮੀਟਿੰਗ ਵੀ ਜਿਹੜੀ ਆ, ਅੱਜ ਦੀ ਮੀਟਿੰਗ ਆ ਜਿਹੜੀ ਉਹ ਫਿਰ ਤੋਂ ਲਟਕ ਜਾਏਗੀ। ਗੁਰਨਾਮ ਸਿੰਘ ਚਡੂਨੀ ਸਾਡੇ ਨਾਲ ਹੈ। ਗੁਰਨਾਮ ਸਿੰਘ ਜੀ, ਅੱਜ ਦੀ ਮੀਟਿੰਗ ਦੇ ਵਿੱਚ ਲੱਗਦਾ है कि कोई मसले हल निकल सकेगा? आप बताइए फिर क्या करें। आज की जो बैठक होनी है कितनी उम्मीद है, कितनी सहमति? देखिए, उम्मीद तो जिस तरह से उनके बयान आ रहे हैं इस तरह से कोई ज़्यादा उम्मीद की नहीं है। ये कह रहे हैं कि बिल तो वापस होंगे नहीं और उसमें हाँ में ना पे इन्होंने जवाब भी देना है, लेकिन उसको घुमा भी रहे हैं, राज्यों को दे देते हैं। वो तो इन्होंने पिछली जो ड्राफ्ट भेजा तो उसमें भी ये बात लिखी थी। तो इनकी मेरे को लगता नहीं है कि मानने की नीयत है। राज्यों के हवाले किया जाता है, अगर राज्यों की मर्जी चलती तब क्या नफा नुकसान है किसानों को? मैं बता रहा हूँ कि ये तो इन्होंने पिछला जब ड्राफ्ट भेजा तो उसमें भी कहा था उस पर सहमति नहीं बनेगी। ये हमें पाड़ना चाहते हैं, एक स्टेट अलग लड़े, दूसरा अलग लड़े, तीसरा अलग लड़े, और बीजेपी से लड़े, कोई कांग्रेस से लड़े, कोई कुछ लड़े, इस तरह से फूट डालना चाहते हैं। उस पर सहमति नहीं बनी। बात कैसे बन पाएगी? साफ तौर पे ਜਿਹੜਾ ਪ੍ਰਸਤਾਵ ਆਉਣ ਦੀ ਗੱਲ ਹੋ ਰਹੀ ਸੀ ਕਿ ਐਸਾ ਪ੍ਰਪੋਜ਼ਲ ਆ ਸਕਦਾ ਹੈ ਕਿ ਸੂਬਿਆਂ ਦੇ ਅਧਿਕਾਰ ਦੇ ਵਿੱਚ ਦਿੱਤਾ ਜਾ ਸਕਦਾ ਹੈ ਕਿ ਸੂਬੇ ਇਸ ਨੂੰ ਕਾਨੂੰਨ ਨੂੰ ਲਾਗੂ ਕਰਨ ਜਾਂ ਨਾ ਕਰਨ। ਤੇ ਇਸ ਤੇ ਵੀ ਕਿਸਾਨਾਂ ਨੂੰ ਕਹਿੰਦੇ ਨੇ ਕਿ ਸਹਿਮਤੀ ਨਹੀਂ ਬਣ ਸਕਦੀ। ਸਪਸ਼ਟ ਤੌਰ ਤੇ ਕਹਿੰਦੇ ਨੇ ਕਿ ਕਿਉਂਕਿ ਸਾਰੇ ਇਕੱਠੇ ਹੋ ਕੇ ਜਦੋਂ ਅੱਜ ਲੜਾਈ ਲੜ ਰਹੇ ਨੇ, ਇਕੱਠੇ ਹੋ ਕੇ ਸੰਘਰਸ਼ ਲੜ ਰਹੇ ਨੇ, ਤਾਂ ਅਜਿਹੇ ਦੇ ਵਿੱਚ ਇਸ ਜਿਹੜੇ ਪ੍ਰਸਤਾਵ ਤੇ ਸਹਿਮਤੀ ਨਹੀਂ ਬਣ ਸਕਦੀ। ਪਰ ਇਹ ਪ੍ਰਸਤਾਵ ਦੀ ਗੱਲ ਵੀ ਰਾਤ ਤੱਕ ਚੱਲ ਰਹੀ ਸੀ, ਸਵੇਰ ਤੱਕ ਚੱਲ ਰਹੀ ਸੀ। ਉਸ ਤੋਂ ਬਾਅਦ ਸੁਰਜੀਤ ਕੁਮਾਰ ਜੈਨੀ ਹੋਰਾਂ ਨੇ, ਬੀਜੇਪੀ ਲੀਡਰ ਦੇ ਜਿਹੜੇ ਸਾਬਕਾ ਮੰਤਰੀ ਨੇ, ਉਹਨਾਂ ਸਾਫ਼ ਕਰ ਦਿੱਤਾ ਕਿ ਅੱਜ ਕੋਈ ਪ੍ਰਪੋਜ਼ਲ ਨਹੀਂ ਆ ਰਿਹਾ। ਤਾਂ ਕੀ ਵਾਕਈ ਕੋਈ ਪ੍ਰਪੋਜ਼ਲ ਨਹੀਂ ਆਏਗਾ ਜਾਂ ਫਿਰ ਮੀਟਿੰਗ ਦੇ ਦੌਰਾਨ ਸਰਕਾਰ ਕੋਈ ਪ੍ਰਪੋਜ਼ਲ ਲਿਆ ਸਕਦੀ ਆ? ਇਸ ਤੇ ਨਜ਼ਰ ਬਣੀ ਰਹੇਗੀ ਔਰ ਉਸ ਪ੍ਰਪੋਜ਼ਲ ਤੇ ਅੱਗੇ ਕਿਸਾਨਾਂ ਦਾ ਕੀ ਰਿਐਕਸ਼ਨ ਹੈ, ਕੀ ਕਿਸਾਨ ਕਿਸੇ ਕਿਸਮ ਦੀ ਸਹਿਮਤੀ ਦਿੰਦੇ ਨੇ ਜਾਂ ਫਿਰ ਜਿਸ ਤਰ੍ਹਾਂ ਅੱਗੇ ਵੀ ਮੀਟਿੰਗ ਦੇ ਵਿੱਚ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਜਦੋਂ ਗੱਲ ਹੁੰਦੀ ਹੈ ਤਾਂ ਉਸ ਤੇ ਮਾਮਲਾ ਭੜਕ ਜਾਂਦਾ, ਮੀਟਿੰਗ ਵਿਗੜ ਜਾਂਦੀ ਹੈ, ਹਾਲਾਤ ਵਿਗੜ ਜਾਂਦੇ ਨੇ। ਤਾਂ ਅੱਜ ਦੀ ਮੀਟਿੰਗ ਦੇ ਵਿੱਚ ਵੀ ਸਪਸ਼ਟ ਤੌਰ ਤੇ ਦੇਖਿਆ ਜਾਵੇਗਾ। ਔਰ ਅੱਜ ਜਿਵੇਂ ਪਹਿਲਾਂ ਗੱਲ ਹੋਈ ਸੀਗੀ, ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ ਕੋਲੇ ਅੱਜ ਕੇਂਦਰੀ ਖੇਤੀ ਕਾਨੂੰਨ ਤੇ ਚਰਚਾ ਕਰਨ ਦੀ ਗੱਲ ਨਾ ਕਰੋ, ਚਰਚਾ ਨਹੀਂ ਕਰਨੀ, ਕਾਨੂੰਨ ਰੱਦ ਕਰੋ, ਕਾਨੂੰਨ ਰੱਦ ਕਰਵਾਉਣ ਤੋਂ ਬਿਨਾਂ ਸਾਡੀ ਕੋਈ ਸਹਿਮਤੀ ਨਹੀਂ ਆ। ਤਾਂ ਇਸੇ ਗੱਲ ਤੇ ਨਜ਼ਰ ਰਹੇਗੀ ਕਿ ਅੱਜ ਕੀ ਦੋਨੇ ਪਾਸਿਓਂ ਅੱਗੇ ਕਦਮ ਵਧਾਏ ਜਾਣਗੇ, ਕਿ ਦੋਨੇ ਪਾਸਿਓਂ ਕੋਸ਼ਿਸ਼ ਹੋਏਗੀ ਕਿ ਇਸ ਸੰਘਰਸ਼ ਨੂੰ ਕਿਵੇਂ ਖਤਮ ਕਰਨਾ, ਕਿਵੇਂ ਕਿਸਾਨਾਂ ਦੇ ਇਸ ਮੁੱਦੇ ਨੂੰ ਖਤਮ ਕਰਨਾ। ਉਸ ਦੇ ਵੱਲ ਜਿਹੜੀ ਇਹ ਚਰਚਾ ਜਿਹੜੀ ਲਗਾਤਾਰ ਦੋਨੋਂ ਧਿਰਾਂ ਵੱਲੋਂ ਕਰਨ ਦਾ ਦਾਅਵਾ ਕੀਤਾ ਜਾ ਰਿਹਾ, ਪਰ ਗੱਲ ਕਿਸੇ ਮਸਲੇ ਦੇ ਹੱਲ ਵਾਲੇ ਪਾਸੇ ਨਹੀਂ ਪਹੁੰਚ ਰਹੀ। ਤਾਂ ਵਿਗਿਆਨ ਭਵਨ ਇੱਕ ਵਾਰੀ ਫਿਰ ਤੋਂ ਤਸਵੀਰਾਂ ਦਿਖਾ ਦਈਏ ਕਿ ਜਿੱਥੇ ਅੱਜ ਮੀਟਿੰਗ ਹੋਣੀ ਹੈ, ਜਿੱਥੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ,
ਇਸੇ ਕਰਕੇ ਨਪਿੰਦਰ ਅੱਜ ਲੱਖਾ ਸਿੰਘ ਜਿਹੜੇ ਨਾਨਕਸਰ ਵਾਲੇ ਉਹਨਾਂ ਦਾ ਵੀ ਮਸਲਾ ਅੱਜ ਸਾਹਮਣੇ ਆਇਆ ਹੋਇਆ ਸੀ ਤਾਂ ਉਹਨਾਂ ਵੱਲੋਂ ਗੱਲ ਕਹੀ ਗਈ ਸੀ ਕਿ ਲੱਖਾ ਸਿੰਘ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਮੈਂ ਨੈਗੋਸੀਏਸ਼ਨ ਕਰਵਾ ਸਕਦਾ ਸਰਕਾਰ ਔਰ ਕਿਸਾਨਾਂ ਦੇ ਵਿੱਚ ਔਰ ਕਿਸਾਨ ਇਸ ਚੀਜ਼ ਨੂੰ ਕਿਸ ਤਰ੍ਹਾਂ ਉਹਨਾਂ ਦੀ ਇਸ ਐਂਟਰੀ ਨੂੰ ਕਿਸ ਤਰ੍ਹਾਂ ਦੇਖ ਰਹੇ ਨੇ ਔਰ ਕੀ ਕੁਝ ਮਾਇਨੇ ਹੋ ਸਕਦੇ ਨੇ ਜੋ ਵਿੱਚ ਪੈ ਕੇ ਨੈਗੋਸੀਏਸ਼ਨ ਕਰਾਉਣਾ ਚਾਹੁੰਦੇ ਨੇ। ਦੇਖੋ ਬਾਬਾ ਲੱਖਾ ਸਿੰਘ ਦੇ ਮੁੱਦੇ ਨੂੰ ਸਪਸ਼ਟ ਕਰ ਦਿੱਤਾ ਕਿਸਾਨ ਆਗੂਆਂ ਨੇ ਪਹਿਲੇ ਸਾਫ਼ ਕਰ ਦਿੱਤਾ। ਅੱਜ ਥੋੜੀ ਦੇਰ ਪਹਿਲਾਂ ਸਾਡੀ ਜਦੋਂ ਬੱਸ ਦੇ ਵਿੱਚ ਆ ਰਹੇ ਸੀ ਤਾਂ ਉਸ ਵੇਲੇ ਗੱਲ ਹੋਈ ਕਿਸਾਨ ਆਗੂਆਂ ਦੇ ਨਾਲ। ਉਹਨਾਂ ਕਿਹਾ ਕਿ ਕਿਸੇ ਤੀਜੇ ਬੰਦੇ ਨੂੰ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ। ਉਹ ਧਾਰਮਿਕ ਆਗੂ ਨੇ, ਧਰਮ ਦੀ ਗੱਲ ਕਰਨ, ਪਰ ਉਹਨਾਂ ਨੂੰ ਇਸ ਮਸਲੇ 'ਚ ਪੈਣਾ ਨਹੀਂ ਚਾਹੀਦਾ। ਔਰ ਨਾਲ ਹੀ ਉਹਨੇ ਵੀ ਕਿਹਾ ਕਿ ਹੋਰ ਵੀ ਕੋਈ ਜਿਹੜਾ ਹੈਗਾ ਇਸ ਮਸਲੇ ਵਿੱਚ ਪੈਣ ਦੀ ਕੋਸ਼ਿਸ਼ ਨਾ ਕਰੇ, ਨਾ ਪਵੇ, ਕਿਉਂਕਿ ਦੋ ਪਾਸੜ ਗੱਲ ਚੱਲ ਰਹੀ ਹੈ, ਦੋ ਤਰ੍ਹਾਂ ਦੇ ਵਿੱਚ ਬਿਲਕੁਲ ਆਮਣੇ ਸਾਹਮਣੇ ਗੱਲ ਚੱਲ ਰਹੀ ਹੈ ਔਰ ਦੋਨਾਂ ਦੇ ਵਿੱਚ ਠੀਕ ਗੱਲ ਚੱਲ ਰਹੀ ਆ। ਇਧਰੋਂ ਜਵਾਬ ਮੰਗਿਆ ਜਾਂਦਾ, ਉਧਰੋਂ ਸਵਾਲ ਕੀਤਾ ਜਾਂਦਾ, ਜਵਾਬ ਦਿੱਤਾ ਜਾਂਦਾ। ਤਾਂ ਅਗਰ ਟ੍ਰਾਇੰਗਲ ਹੋਏਗਾ, ਅਗਰ ਕੋਈ ਤੀਜਾ ਧੜਾ ਤੀਜੀ ਗੱਲਬਾਤ ਚਲਾਏਗਾ ਤਾਂ ਉਹਦੇ ਨਾਲ ਗੱਲਬਾਤ ਹੋਰ ਉਲਝ ਸਕਦੀ ਹੈ, ਜਿਹੜੀ ਪਹਿਲੇ ਉਲਝੀ ਹੋਈ ਆ। ਹੋਰ ਵੀ ਹਾਲਾਤ ਜਿਹੜੇ ਖਰਾਬ ਹੋ ਸਕਦੇ ਨੇ। ਤਾਂ ਇਸ ਕਰਕੇ ਬਾਬਾ ਲੱਖਾ ਸਿੰਘ ਵਾਲੇ ਮੁੱਦੇ ਤੇ ਔਰ ਨਾਲ ਹੀ ਕਿਸਾਨ ਆਗੂ ਵੀ ਕਹਿੰਦੇ ਨੇ ਕਿ ਸਾਡੇ ਕੋਲ ਹਲਜੇ ਤੱਕ ਇਸ ਤਰ੍ਹਾਂ ਕੋਈ ਪ੍ਰਪੋਜ਼ਲ ਨਹੀਂ ਆਇਆ, ਪਰ ਅਗਰ ਆਏਗਾ ਤਾਂ ਉਸ ਤੇ ਕੋਈ ਗੱਲਬਾਤ ਜਿਹੜੀ ਹੈ ਸਿਰੇ ਨਹੀਂ ਚੜ ਸਕਦੀ। ਕਿਸਾਨ ਆਗੂ ਅੰਦਰ ਜਾ ਰਹੇ ਨੇ, ਤਸਵੀਰਾਂ ਤੁਸੀਂ ਦੇਖੋ, ਕਿਸਾਨ ਆਗੂ ਗੇਟ ਨੂੰ ਪਾਰ ਕਰ ਚੁੱਕੇ ਨੇ, ਅੰਦਰ ਵਧ ਰਹੇ ਨੇ, ਮੀਟਿੰਗ ਹਾਲ ਦੇ ਵੱਲ ਜਾ ਰਹੇ ਨੇ ਔਰ ਤਸਵੀਰਾਂ ਤੁਹਾਡੇ ਸਾਹਮਣੇ ਨੇ। ਇਹ ਵਿਗਿਆਨ ਭਵਨ ਦੀਆਂ ਤਸਵੀਰਾਂ ਨੇ। ਗੇਟ ਬੰਦ ਹੈ, ਫਾਰਮੈਲਿਟੀਜ਼ ਕਰਕੇ ਥੋੜੇ ਬਹੁਤੇ 5-7 ਜਿਹੜੇ ਆਗੂ ਨੇ ਉਹ ਬਾਹਰ ਰਹਿ ਗਏ ਨੇ। ਜ਼ਿਆਦਾਤਰ ਆਗੂ ਗੇਟ ਪਾਰ ਕਰ ਚੁੱਕੇ ਨੇ, ਅੰਦਰ ਜਾ ਰਹੇ ਨੇ। ਵਿਗਿਆਨ ਭਵਨ ਦੇ ਅੰਦਰ ਮੀਟਿੰਗ ਹੋਵੇਗੀ। ਇਹ ਤਸਵੀਰਾਂ ਵਿਗਿਆਨ ਭਵਨ ਦੀਆਂ ਤੁਸੀਂ ਦੇਖ ਰਹੇ ਹੋ। ਇਹ ਕਿਸਾਨ ਆਗੂ ਅੰਦਰ ਵਧ ਰਹੇ ਨੇ ਤਾਂ ਤੁਹਾਡੇ ਸਾਹਮਣੇ ਜੀ। ਤੇ ਅੱਜ ਦੀ ਵੱਡੀ ਤਸਵੀਰ ਤੁਸੀਂ ਦੇਖ ਸਕਦੇ ਹੋ ਵਿਗਿਆਨ ਭਵਨ ਦੀਆਂ ਤੋਂ, ਤਸਵੀਰਾਂ ਨੇ ਜਿੱਥੇ ਕਿ ਜੀ ਨਪਿੰਦਰ ਜੀ ਬਿਲਕੁਲ ਤਾਂ ਬਿਲਕੁਲ ਤੁਹਾਡੇ ਸਾਹਮਣੇ ਤਸਵੀਰਾਂ ਨੇ ਔਰ ਹੋਰ ਵੀ ਤਸਵੀਰਾਂ ਇੱਥੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਕਿ ਬਾਹਰ ਇਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਹੈ, ਕਿਸ ਤਰ੍ਹਾਂ ਦੇ ਕੁਝ ਖਾਸ ਚਿੱਠੀਆਂ ਇੱਥੇ ਕੁਝ ਕਿਸਾਨਾਂ ਦੇ ਹੱਥ ਵਿੱਚ ਨਜ਼ਰ ਆ ਰਹੀਆਂ ਨੇ, ਖੂਨ ਦੇ ਨਾਲ ਲਿਖੀਆਂ ਹੋਈਆਂ, ਕਿਉਂਕਿ ਜਿਹੜਾ ਜਿਸ ਤਰ੍ਹਾਂ ਦਾ ਕਲਰ ਹੈ ਖੂਨ ਦੇ ਨਾਲ ਲਿਖੀਆਂ ਹੋਈਆਂ ਚਿੱਠੀਆਂ ਨੇ। ਔਰ ਤੁਸੀਂ ਦੇਖ ਰਹੇ ਹੋ ਕਈ ਚਿੱਠੀਆਂ ਨੇ, ਕਾਫੀ ਚਿੱਠੀਆਂ ਔਰ ਇੱਕ ਕਿਸਾਨ ਨੇ ਜਿਹੜੇ ਉਹ ਲੈ ਕੇ ਆਏ ਨੇ। ਤਾਂ ਖੂਨ ਨਾਲ ਲਿਖੀਆਂ ਹੋਈਆਂ ਚਿੱਠੀਆਂ ਲੈ ਕੇ ਕਿਸਾਨ ਪਹੁੰਚੇ ਨੇ ਵਿਗਿਆਨ ਭਵਨ ਦੇ ਬਾਹਰ। 40 ਦੇ ਕਰੀਬ ਕਹਿੰਦੇ ਚਿੱਠੀਆਂ ਜਿਹੜੀਆਂ ਨੇ ਉਹ ਨੇ ਔਰ ਇਹ ਚਿੱਠੀਆਂ ਲੈ ਕੇ ਕਿਸਾਨ ਇੱਥੇ ਪਹੁੰਚੇ ਨੇ। ਇਹ ਚਿੱਠੀਆਂ ਕਿਸ ਨੇ ਲਿਖੀਆਂ ਜੀ, ਕਿਸ ਦੇ ਨਾਲ ਲਿਖੀਆਂ ਔਰ ਇੱਥੇ ਇਹ ਚਿੱਠੀਆਂ ਲੈ ਕੇ ਆਉਣ ਦਾ ਕਾਰਨ ਕੀ ਹੈ? ਜਿੱਥੇ ਅੱਜ ਪਹਿਲੀ ਵਾਰੀ ਸਾਡਾ ਨੌਜਵਾਨ ਸਾਡੇ ਨਾਲ ਉੱਥੇ ਸਾਰੇ ਵੀਰ ਖੜੇ ਆ, ਉਨੀ ਉੱਥੇ ਨਾਲ ਲੋਕ ਸੇਵਾ ਦੇ ਵੀ ਕੀਤੀ ਹੈ। ਇੱਕ ਭਾਈ ਕਨਈਆ ਮਿਸ਼ਨ ਜੀ ਵੱਲੋਂ ਉੱਥੇ ਬਲੱਡ ਡੋਨੇਸ਼ਨ ਦਾ ਕੰਮ ਵੀ ਚੱਲ ਰਿਹਾ, ਪਰ ਨਾਲ ਹੀ ਸਾਡੇ ਨੌਜਵਾਨ ਇੱਕ ਉਹਦੇ ਵਿੱਚ ਰੋਜ਼ ਇੱਕ ਲੈਟਰ ਲਿਖ ਰਹੇ ਆ ਖੂਨ ਦੇ ਨਾਲ, ਜਿਹਦੇ ਵਿੱਚ ਇਹੋ ਹੀ ਸ਼ਾਂਤੀਪੂਰ ਕੋਈ ਗਲਤ ਵਰਡ ਯੂਜ਼ ਨਹੀਂ ਕੀਤਾ ਗਿਆ ਵੀ ਜਿਹੜੇ ਤਿੰਨੇ ਕਾਲੇ ਕਾਨੂੰਨ ਆ ਰੱਦ ਕੀਤੇ ਜਾਣ। ਅੱਜ ਜਥੇਬੰਦੀਆਂ ਵੱਲੋਂ ਉਹਨੀ ਮੇਰੀ ਡਿਊਟੀ ਲਾਈ ਤੇ ਮੈਨੂੰ ਇਹ ਪੱਤਰ ਸੌਂਪੇ ਆ ਵੀ ਤੁਸੀਂ ਸਾਡੇ ਵੱਲੋਂ ਇਹ ਲਿਖੀ ਭਾਵਨਾ ਸਾਡੀਆਂ ਸਰਕਾਰ ਤੱਕ ਪਹੁੰਚਾਈਆਂ ਜਾਣ, ਤੇ ਮੈਂ ਅੰਦਰ ਮੀਟਿੰਗ ਤੇ ਗਿਆ ਸਰਕਾਰ ਤੱਕ ਰੱਖਣ ਤੇ ਉਹਨਾਂ ਨੂੰ ਪਹੁੰਚਾਊਂਗਾ ਜੀ, ਤੇ ਉਹਨਾਂ ਦੀਆਂ ਭਾਵਨਾ ਉਹਨਾਂ ਸਾਹਮਣੇ ਰੱਖੂੰਗਾ। ਕਿੰਨੇ ਪੱਤਰ ਨੇ, ਕਿਵੇਂ ਅੰਦਰ ਭੇਜੋਗੇ? ਕਿਸਾਨ ਆਗੂਆਂ ਨੂੰ ਦੇ ਜ਼ਰੀਏ ਭੇਜੋਗੇ ਜਾਂ ਖੁਦ ਤੁਸੀਂ ਸੁਨੇਹਾ ਭੇਜ ਦਿੱਤਾ? ਮੈਂ ਵੀ ਉਹ ਬੱਤੀਆਂ ਦਾ ਪਾਰਟ ਆ ਜੀ, ਮੈਂ ਵੀ ਅੰਦਰ ਮੀਟਿੰਗ ਅਟੈਂਡ ਕਰਦਾ ਹਾਂ, ਤਾਂ ਮੈਂ ਇਹ ਮੀਟਿੰਗ ਲੈ ਕੇ ਜ਼ਰੂਰ ਅੰਦਰ ਜਾਊਂਗਾ ਤੇ ਮੈਂ ਖੁਦ ਜਾਊਂਗਾ ਤੇ ਸਰਕਾਰ ਦੇ ਅੱਗੇ ਪੇਸ਼ ਕਰੂੰਗਾ ਜੀ ਇਹਨਾਂ ਨੂੰ। ਤਾਂ ਇਹ ਚਿੱਠੀਆਂ ਲੈ ਕੇ, ਇਹ ਖੂਨ ਦੇ ਨਾਲ ਲਿਖੀਆਂ ਹੋਈਆਂ ਚਿੱਠੀਆਂ ਲੈ ਕੇ ਪਹੁੰਚੇ ਨੇ ਵਿਗਿਆਨ ਭਵਨ। ਔਰ ਕਿਉਂਕਿ ਖੂਨਦਾਨ ਕੈਂਪ ਆ ਜਿਹੜਾ ਉਹ ਉੱਥੇ ਚੱਲ ਰਿਹਾ, ਨੌਜਵਾਨ ਜਿਹੜੇ ਨੇ ਨੌਜਵਾਨ ਕਿਸਾਨ ਖੂਨਦਾਨ ਕਰ ਰਹੇ ਨੇ, ਤਾਂ ਉਸੇ ਦੌਰਾਨ ਜਿਹੜੀਆਂ ਚਿੱਠੀਆਂ ਰੋਜ਼ ਇੱਕ ਚਿੱਠੀ ਲਿਖੀ ਜਾਂਦੀ ਹੈ ਔਰ ਇਹ ਚਿੱਠੀਆਂ ਜਿਹੜੀਆਂ ਇਕੱਠੀਆਂ ਕਰਕੇ ਅੱਜ ਇਹ ਸਰਕਾਰ ਨੂੰ ਸੌਂਪਣਗੇ ਕਿ ਅੱਜ ਸ਼ਾਂਤਮਈ ਤਰੀਕੇ ਨਾਲ, ਕਿਉਂਕਿ ਸ਼ਾਂਤਮਈ ਸੁਨੇਹਾ ਦੇਣ ਦੀ ਕੋਸ਼ਿਸ਼, ਕਿਉਂਕਿ ਜਿਸ ਦਿਨ ਤੁਸੀਂ ਸ਼ੁਰੂਆਤ ਕੀਤੀ ਸੀ ਤਾਂ ਉਸ ਦਿਨ ਇਹ ਕਿਹਾ ਗਿਆ ਸੀ ਕਿ ਅਸੀਂ ਸ਼ਾਂਤੀ ਦਾ ਸੁਨੇਹਾ ਦੇ ਰਹੇ ਹਾਂ, ਖੂਨਦਾਨ ਵੀ ਕਰ ਰਹੇ ਹਾਂ, ਅਸੀਂ ਜਾਨਾਂ ਲੈਂਦੇ ਨਹੀਂ, ਜਾਨਾਂ ਬਚਾ ਰਹੇ ਹਾਂ, ਜਾਨਾਂ ਬਚਾ ਵੀ ਰਹੇ ਹਾਂ ਔਰ ਉਸ ਖੂਨ ਦੀਆਂ ਚਿੱਠੀਆਂ ਵੀ ਲਿਖਾਂਗੇ। ਦੇਖੋ ਬਿਲਕੁਲ ਜੀ, ਇਹਨੂੰ ਸ਼ਾਂਤੀਪੂਰਨ ਢੰਗ ਨਾਲ ਰੱਖਾਂਗੇ। ਸਾਡੇ ਨੌਜਵਾਨ ਵੀਰਾਂ ਨੇ ਵੀ ਇਹੋ ਸੁਨੇਹਾ ਦਿੱਤਾ, ਜੇ ਸਰਕਾਰ ਨੂੰ ਖੂਨ ਦੀ ਵੀ ਲੋੜ ਪਈ ਅਸੀਂ ਸ਼ਾਂਤੀਪੂਰਨ ਢੰਗ ਨਾਲ ਉਹ ਵੀ ਦੇਵਾਂਗੇ, ਪਰ ਕੋਈ ਸ਼ਾਂਤੀ ਭੰਗ ਨਹੀਂ ਕਰਾਂਗੇ ਤੇ ਕਾਲੇ ਕਾਨੂੰਨ ਜਿਹੜੇ ਆ ਰੱਦ ਕਰਾ ਕੇ ਘਰ ਮੁੜਾਂਗੇ ਜੀ। ਤਾਂ ਕਾਲੇ ਕਾਨੂੰਨ ਕਹਿੰਦੇ ਕਿ ਰੱਦ ਕਰਵਾ ਕੇ ਘਰ ਮੁੜਾਂਗੇ। ਦੇਖੋ ਬਲੱਡ ਡੋਨੇਸ਼ਨ ਕੈਂਪ, ਕਿਉਂਕਿ ਅਸੀਂ ਸਭ ਤੋਂ ਪਹਿਲਾਂ ਉਹ ਖਬਰ ਵੀ ਦਿਖਾਈ ਸੀ ਜਿਸ ਦਿਨ ਸ਼ੁਰੂਆਤ ਹੋਈ ਸੀ ਇਸ ਬਲੱਡ ਡੋਨੇਸ਼ਨ ਕੈਂਪ ਦੀ। ਤਾਂ ਦੇਖੋ ਬਲੱਡ ਡੋਨੇਸ਼ਨ ਕੈਂਪ ਵੀ ਚਲਾਇਆ ਜਾ ਰਿਹਾ। ਇਹ ਆਪਣੀ ਤਰ੍ਹਾਂ ਦਾ ਇੱਕ ਅਲੱਗ ਤਰ੍ਹਾਂ ਦਾ ਸੰਘਰਸ਼ ਹੈ, ਜਿਸ ਸੰਘਰਸ਼ ਦੇ ਵਿੱਚ ਖੂਨਦਾਨ ਕੈਂਪ ਚੱਲ ਰਹੇ ਨੇ, ਜਿਸ ਸੰਘਰਸ਼ ਦੇ ਵਿੱਚ ਲੰਗਰ ਚੱਲ ਰਹੇ ਨੇ, ਜਿਸ ਸੰਘਰਸ਼ ਦੇ ਵਿੱਚ ਕੀਰਤਨ ਚੱਲਦਾ, ਜਿਸ ਸੰਘਰਸ਼ ਦੇ ਵਿੱਚ ਨਗਰ ਕੀਰਤਨ ਕੱਢੇ ਜਾਂਦੇ ਨੇ, ਇਹ ਆਪਣੇ ਆਪ ਦੇ ਵਿੱਚ ਅਨੋਖਾ ਸੰਘਰਸ਼ ਹੈ ਔਰ ਬੇहद ਸ਼ਾਂਤਮਈ ਤਰੀਕੇ ਦੇ ਨਾਲ ਇਸ ਸੰਘਰਸ਼ ਨੂੰ ਅੱਗੇ ਚਲਾਉਣ ਦੀ, ਅੱਗੇ ਵਧਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਹੁਣ ਇੱਕ ਨਵਾਂ ਉਸ ਦੇ ਵਿੱਚ ਸਟੈਪ ਐਡ ਹੋਇਆ ਕਿ ਖੂਨ ਨਾਲ ਲਿਖੀਆਂ ਹੋਈਆਂ ਚਿੱਠੀਆਂ ਅੱਜ ਵਿਗਿਆਨ ਭਵਨ ਪਹੁੰਚੀਆਂ ਨੇ ਔਰ ਵਿਗਿਆਨ ਭਵਨ ਦੇ ਅੰਦਰ ਸਰਕਾਰ ਨੂੰ ਇਹ ਮੀਟਿੰਗ ਦੇ ਦੌਰਾਨ ਇਹ ਚਿੱਠੀਆਂ ਦਿੱਤੀਆਂ ਜਾਣੀਆਂ ਨੇ ਕਿ ਅਸੀਂ ਆਪਣਾ ਖੂਨ ਤੱਕ ਦਾਨ ਕਰ ਰਹੇ ਹਾਂ, ਅਸੀਂ ਕਤਰਾ ਕਤਰਾ ਖੂਨ ਦਾ ਆਪਣਾ ਜਿਹੜਾ ਹੈਗਾ ਵਹਾ ਸਕਦੇ ਹਾਂ, ਕੁਰਬਾਨੀ ਦੇ ਸਕਦੇ ਹਾਂ, ਪਰ
ਅਮਨ ਅਮਾਨ ਤੇ ਸ਼ਾਂਤੀ ਦੇ ਨਾਲ। ਇਸ ਤਰ੍ਹਾਂ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਆਗੂਆਂ ਦੇ ਵੱਲੋਂ ਔਰ ਆਮ ਕਿਸਾਨਾਂ ਦੇ ਵੱਲੋਂ। ਤਾਂ ਉਹ ਕਿਸਾਨ ਅੱਜ ਚਿੱਠੀਆਂ, ਨੌਜਵਾਨ ਕਿਸਾਨਾਂ ਦੇ ਖੂਨ ਨਾਲ ਲਿਖੀਆਂ ਹੋਈਆਂ ਚਿੱਠੀਆਂ ਲੈ ਕੇ ਵਿਗਿਆਨ ਭਵਨ ਦੇ ਅੰਦਰ ਜਾਣਗੇ ਕਿਸਾਨ ਆਗੂ, ਔਰ ਅੰਦਰ ਸਰਕਾਰ ਦੇ ਮੂਹਰੇ ਰੱਖਣਗੇ, ਸਰਕਾਰ ਨੂੰ ਸੌਂਪਣਗੇ ਕਿ ਅਸੀਂ ਕਿਸੇ ਕਿਸਮ ਦੀ ਹਿੰਸਾ ਨਹੀਂ ਚਾਹੁੰਦੇ, ਅਸੀਂ ਕਿਸੇ ਕਿਸਮ ਦੀ ਅਮਨ ਅਮਾਨ ਦੀ ਸਥਿਤੀ ਨੂੰ ਖਰਾਬ ਨਹੀਂ ਕਰ ਰਹੇ। ਕਿਸਾਨਾਂ ਦੀਆਂ ਮੰਗਾਂ ਨੇ, ਜਿਹੜੇ ਕਾਨੂੰਨ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਦੇ ਹੱਕ ਦੇ ਲਈ ਬਣਾਏ ਗਏ ਨੇ, ਕਿਸਾਨ ਕਹਿੰਦੇ ਨੇ ਜਿਹੜੇ ਕਾਨੂੰਨ ਤੁਸੀਂ ਸਾਡੇ ਹੱਕ ਦੇ ਲਈ ਬਣਾਏ ਨੇ ਸਾਨੂੰ ਨਹੀਂ ਲੱਗਦਾ ਕਿ ਸਾਡੇ ਹੱਕ ਦੇ ਨੇ, ਸਾਨੂੰ ਨਹੀਂ ਉਹ ਵਾਰਾ ਖਾਂਦੇ, ਤਾਂ ਤੁਸੀਂ ਉਹ ਕਾਨੂੰਨ ਵਾਪਸ ਲੈ ਲਓ। ਕਿਉਂ ਉਹ ਕਾਨੂੰਨ ਸਾਡੇ ਤੇ ਜ਼ਬਰਦਸਤੀ ਥੋਪੇ ਜਾ ਰਹੇ ਨੇ? ਤਾਂ ਬਦਲਾਅ ਦੀ ਗੱਲ ਹੋ ਰਹੀ ਆ। ਬੀਜੇਪੀ ਲੀਡਰ ਕਹਿੰਦੇ ਨੇ ਕਿ ਜਿੰਨੇ ਚਾਹੋਗੇ ਬਦਲਾਅ ਕਰ ਦਿਆਂਗੇ, ਜਿੰਨੇ ਬਦਲਾਅ ਦੀ ਲੋੜ ਆ ਹੋ ਜਾਣਗੇ, ਪਰ ਕਾਨੂੰਨ ਰੱਦ ਕਰਨ ਦੀ ਗੱਲ ਨਾ ਕਰੋ। ਤਾਂ ਕਿਸਾਨ ਸਾਫ਼ ਤੌਰ ਤੇ ਕਹਿੰਦੇ ਨੇ ਕਿ ਸਰਕਾਰ ਇਸ ਨੂੰ ਅਣਖ ਤੇ ਗੱਲ ਨਾ ਬਣਾਵੇ, ਕਿਸੇ ਵੀ ਚੀਜ਼ ਨੂੰ ਪ੍ਰੈਸਟੀਜ ਇਸ਼ੂ ਨਾ ਬਣਾਇਆ ਜਾਵੇ। ਅਗਰ ਤੁਸੀਂ ਇਸ ਨੂੰ ਵਕਾਰ ਦੀ हम तो 350 बार जेल में भी गए हैं, टिकैत साहब जेल में गए 48 बार हम तो अभी तो 8-9वीं बार बातचीत होगी। तो इनसे किसान कहीं कमजोर नहीं है। समाधान निकलने की उम्मीद है आज 9वें दौर की बातचीत से? ये कुछ न कुछ लाएंगे जरूर आज मसाला। आज कल जो आपने संदेश दिया ट्रैक्टर रैली से, लगता है सरकार दबाव में होगी? पता नहीं भाई, इतने से भी अगर दबाव में नहीं है तो और बड़ा निकाल के लिए नहीं होती। और हमारा भी बयान आ गया भाई, घर वापसी नहीं जाएंगे, बिल वापसी नहीं तो घर वापसी नहीं। डायलॉग का क्या मतलब है फिर? और डायलॉग तो करेंगे ऐसा क्या? ਸਰਕਾਰ ਕਹਿੰਦੀ ਹੈ ਜੀ ਕਾਨੂੰਨ ਰੱਦ ਕਰਨ ਦੀ ਗੱਲ ਨਾ ਕਰੋ, ਕਹਿੰਦੇ ਅਮੈਂਡਮੈਂਟ ਜਿੰਨੀ ਮਰਜ਼ੀ ਕਰਵਾ ਲਓ। ਜਦੋਂ ਅਮੈਂਡਮੈਂਟ ਕਰਨ ਲਾ ਕੇ ਫਲਾਉਂਦੇ ਚ ਫਿਰ ਰੱਦ ਕਰਦੇ ਰਹਿ ਕੀ ਗਿਆ? ਕੋਈ ਖਾਲੀ ਡੱਬਾ ਕਾਹਦੇ ਵਾਸਤੇ ਕਰਨਾ? ਨਾਲੇ ਮੀਟਿੰਗ ਸੱਦ ਲੈਂਦੀ, ਨਾਲੇ ਕਹਿੰਦੀ ਗੱਲ ਤਾਂ ਨਹੀਂ ਮੰਨਣੀ ਪਰ ਆ ਜਾਓ। ਫਿਰ ਉਹਦੇ ਕੀ ਮਾਇਨੇ, ਮੀਟਿੰਗ ਦੇ ਕੀ ਮਾਇਨੇ ਰਹਿ ਜਾਂਦੇ? ਚਾਹ ਬਣਾਉਣ ਵਾਸਤੇ ਬੁਲਾਉਂਦੇ, ਚਾਹ ਅਸੀਂ ਆਪਦੀ ਲੈ ਕੇ ਜਾਂਦੇ ਹਾਂ। ਫਿਰ ਕਿੰਨਾ ਚਾਹ ਇੱਥੇ ਪੀਵਾਂਗੇ ਬਹਿ ਕੇ, ਫਿਰ ਉੱਥੇ ਪੀ ਲਿਆ ਕਰੀਏ। ਇਹਨੂੰ ਕੀ ਲੈਣੇ ਤੁਸੀਂ? ਉੱਥੇ ਹੁਣ ਉਹ ਫਿਰ ਤੁਸੀਂ ਕਹੋਗੇ ਵੀ ਤੁਸੀਂ ਗਏ, ਬੁਲਾਏ ਸੀ ਗਏ ਨਹੀਂ, ਜਾਂ ਤਾਂ ਤੁਸੀਂ ਐਂ ਕਹਿ ਦੋ ਵੀ ਭਈਆ ਤੁਸੀਂ ਉੱਥੇ ਰੱਦ ਕਰ ਦਿਆ ਕਰੋ, ਅਸੀਂ ਸਵਾਲ ਪੁੱਛਦੇ। ਫਿਰ ਆ ਟੂਟੀਆਂ ਜਾਂ ਮੂਹਰੇ ਕਰੋਗੇ ਤੁਸੀਂ ਸਾਡੇ ਵੀ ਗਏ ਨਹੀਂ ਜੀ। ਸਰਕਾਰ ਨੇ ਸਿੱਧਾ ਕਰਤਾ, ਮੰਨ ਲਓ ਮੈਂ ਤੁਹਾਨੂੰ ਕਹੋ ਵੀ ਘਰੇ ਆ ਜਾਓ ਪਰ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ, ਤਾਂ ਉਹਦੇ ਕੀ ਮਾਇਨੇ ਰਹਿ ਜਾਂਦੇ? ਦੇਖੋ ਇਹਦੇ ਚ ਬਹੁਤ ਦੁਨੀਆ ਦੇਖ ਰਹੀ ਹੈ।